ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਜਿਹੜੇ ਬੱਚੇ ਚੈਨਲ 'ਤੇ ਨਵੇਂ ਨੇ ਉਹ ਚੈਨਲ ਨੂੰ ਪਹਿਲਾਂ ਹੀ ਬੱਚੇ ਸਬਸਕ੍ਰਾਈਬ ਕਰ ਲਿਓ ਔਰ ਨਾਲ ਹੀ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲਿਓ ਤਾਂ ਜੋ ਜਦ ਵੀ ਕੋਈ ਵੀਡੀਓ ਅਪਡੇਟ ਕਰੀਏ ਉਹਦਾ ਨੋਟੀਫਿਕੇਸ਼ਨ ਤੁਰੰਤ ਤੁਹਾਡੇ ਤੱਕ ਆ ਸਕੇ। ਦੇਖੋ ਬੱਚੇ, ਪਹਿਲਾਂ ਤੁਸੀਂ ਜਿਹੜੀਆਂ ਵੀਡੀਓਜ਼ ਆਪਾਂ ਆਲਰੇਡੀ ਪੋਲਿਟੀ ਦੀਆਂ ਪਾ ਚੁੱਕੇ ਹਾਂ, ਦੇਖੋ ਤੁਹਾਡੇ ਕੋਲੇ ਹੁਣ ਕੁਇੱਕ ਰਿਵੀਜ਼ਨ ਕਰਨ ਦਾ ਟਾਈਮ ਹੀ ਹੈ। ਤੁਹਾਡੇ ਕੋਲੇ ਹੁਣ ਤੁਸੀਂ ਥਿਊਰੀ ਹੈ ਜਿਹੜੀ ਉਹਨੂੰ ਕਵਰ ਨਹੀਂ ਕਰ ਸਕਦੇ। ਹੁਣ ਤੁਸੀਂ MCQ ਉਹ ਵਾਲੇ ਕਰੋ। ਮੈਂ ਨਹੀਂ ਕਹਿੰਦਾ ਵੀ ਤੁਸੀਂ ਸਾਡੇ ਚੈਨਲ ਤੋਂ ਕਰੋ, ਤੁਹਾਨੂੰ ਜਿਹੜੇ ਵੀ ਟੀਚਰ ਬੈਸਟ ਲੱਗਦੇ ਆ ਬੱਚੇ ਤੁਸੀਂ ਉਹਨਾਂ ਤੋਂ ਕਰ ਸਕਦੇ ਹੋ। MCQ ਹੋਣਗੇ ਜਾਂ ਫਿਰ ਜਿਹੜੇ ਟੂ ਦਾ ਪੁਆਇੰਟ ਫੈਕਟ ਤੁਹਾਨੂੰ ਦੱਸੇ ਜਾਣਗੇ, ਹੁਣ ਤੁਸੀਂ ਉਹਨਾਂ ਦੀ ਰਿਵੀਜ਼ਨ ਹੀ ਕਰਨੀ ਆ, ਉਹ ਵੀ ਪ੍ਰੋਪਰ ਤਰੀਕੇ ਨਾਲ ਪਿੰਨ ਪੁਆਇੰਟ ਬਣਾ ਕੇ। ਦੇਖੋ ਇਹ ਤੋਂ ਪਹਿਲਾਂ ਆਪਾਂ ਇਹ ਵੀਡੀਓ ਪਾ ਚੁੱਕੇ ਹਾਂ ਅਤੇ ਅੱਜ ਵਾਲੀ ਵੀਡੀਓ ਦੇ ਵਿੱਚ ਮੋਸਟ ਇੰਪੋਰਟੈਂਟ ਟੌਪਿਕ ਆ ਬੱਚੇ, ਵੈਰੀ ਇੰਪੋਰਟੈਂਟ ਕਹਿ ਸਕਦੇ ਹੋ ਤੁਸੀਂ। ਫੰਡਾਮੈਂਟਲ ਰਾਈਟਸ ਯਾਨੀ ਕਿ ਮੌਲਿਕ ਅਧਿਕਾਰ, ਅਤੇ ਜਿਹੜੇ ਆਪਣੇ ਸੰਵਿਧਾਨ ਦੇ ਵਿੱਚ ਆਪਾਂ ਨੂੰ ਪ੍ਰਾਪਤ ਨੇ ਔਰ ਇਹਨਾਂ ਦੇ ਵਿੱਚੋਂ ਤੁਹਾਨੂੰ ਗਰੰਟੀ ਨਾਲ ਕੁਐਸਚਨ ਦੇਖਣ ਨੂੰ ਮਿਲਣਗੇ। ਦੇਖੋ ਆਪਾਂ ਇਕੱਲੀ PPSC ਤੱਕ ਹੀ ਸੀਮਤ ਨਹੀਂ ਰੱਖਦੇ ਬੱਚੇ। ਤੁਹਾਨੂੰ ਆਪਾਂ ਜਿਹੜਾ ਟੌਪਿਕ ਅੱਜ ਤੁਹਾਨੂੰ ਕਰਾਉਣਾ, ਚਾਹੇ ਤੁਹਾਨੂੰ UPSC ਕੁਐਸਚਨ ਕਰਦੇ ਦੈਨ ਅਗਰ ਤੁਸੀਂ ਟੌਪਿਕ ਨੂੰ ਧਿਆਨ ਦੇ ਨਾਲ ਕਰੋਗੇ ਤੁਹਾਡਾ UPSC ਦੇ ਵਿੱਚੋਂ ਕੁਐਸਚਨ ਵੀ ਬਾਹਰ ਨਹੀਂ ਹੋਊਗਾ, ਅਗਰ ਤੁਹਾਨੂੰ ਉਹਦੀ ਨੌਲੇਜ ਪ੍ਰੋਪਰ ਤੁਸੀਂ ਵਰਡਿੰਗ ਆ ਜਿਹੜੀ ਉਹਨੂੰ ਸਮਝ ਗਏ। ਤਾਂ ਬੱਚੇ ਜਿਹੜੇ ਬੱਚੇ ਚੈਨਲ 'ਤੇ ਨਵੇਂ ਆ ਸਬਸਕ੍ਰਾਈਬ ਕਰ ਲਓ। ਔਰ ਬੱਚੇ ਦੇਖੋ ਇਹੋ ਜਿਹੇ ਕਮੈਂਟ ਜਦੋਂ ਕੋਈ ਬੱਚਾ ਕਰਦਾ ਨਾ ਦੈਨ ਬਹੁਤ ਖੁਸ਼ੀ ਮਿਲਦੀ ਹੈ ਕਿ ਆਪਣਾ ਪੜ੍ਹਾਇਆ ਸਫਲ ਹੋ ਰਿਹਾ। ਕਿਸੇ ਨੇ ਕੀਤਾ ਸੀਗਾ ਕਮੈਂਟ ਕਿ ਮੈਂ ਬਹੁਤ ਡਾਇਰੈਕਸ਼ਨ ਦੇ ਲੈਕਚਰ ਲਾਏ ਬਟ ਤੁਹਾਡਾ ਕਨਸੈਪਟ ਬਹੁਤ ਕਲੀਅਰ ਸੀ, ਥੈਂਕ ਯੂ। ਦੇਖੋ ਬੱਚੇ, ਇਹੋ ਜਿਹੇ ਬੱਚਿਆਂ ਲਈ ਜਦੋਂ ਕਮੈਂਟ ਇਹ ਨਹੀਂ ਹੁੰਦਾ ਵੀ ਅਸੀਂ ਤੁਹਾਡੇ ਥੈਂਕ ਯੂ ਦੇ ਭੁੱਖੇ ਹੁੰਦੇ ਹਾਂ, ਬਟ ਬੱਚੇ ਦੇਖੋ ਜਿਹੜੇ ਬਾਕੀ ਹੁੰਦੇ ਆ ਉਹਨਾਂ ਨੂੰ ਇੱਕ ਸੇਧ ਮਿਲ ਜਾਂਦੀ ਹੈ ਕਿ ਤੁਹਾਨੂੰ ਚੈਨਲ ਦੇ ਉੱਤੇ ਕੀ ਕੁਝ ਕਿਵੇਂ ਦਾ ਕਰਵਾਇਆ ਜਾ ਰਿਹਾ। ਤਾਂ ਤੁਸੀਂ ਪਲੀਜ਼ ਆਪਣਾ, ਅਗਰ ਤੁਹਾਨੂੰ ਵੀਡੀਓ ਨਹੀਂ ਵੀ ਚੰਗੀ ਲੱਗਦੀ, ਤੁਹਾਨੂੰ ਕਮੀ ਪੇਸ਼ੀ ਲੱਗਦੀ ਹੈ, ਤੁਸੀਂ ਉਹ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਸਰ ਆਹ ਚੀਜ਼ ਵਾਲੀ ਸਾਨੂੰ ਪਸੰਦ ਨਹੀਂ ਆਈ, ਸੋ ਐਵੇਂ ਨਾ ਕਰੋ। ਤਾਂ ਨਹੀਂ, ਅਗਰ ਤੁਹਾਨੂੰ ਬਾਕੀ ਵੀਡੀਓ ਪਸੰਦ ਆਉਂਦੀ ਹੈ, ਕੰਟੈਂਟ ਪਸੰਦ ਆਉਂਦਾ ਔਰ ਸਮਝਾਉਣ ਦਾ ਤਰੀਕਾ ਪਸੰਦ ਆਉਂਦਾ ਬੱਚੇ, ਦੈਨ ਤੁਸੀਂ ਲਾਈਕ ਜ਼ਰੂਰ ਕਰਨੀ ਆ ਔਰ ਆਪਣਾ ਫੀਡਬੈਕ ਜ਼ਰੂਰ ਦਿਓ ਤਾਂ ਜੋ ਬਾਕੀ ਜੇ ਕੋਈ ਨਵਾਂ ਬੱਚਾ ਪਹਿਲਾਂ ਉਹ ਕਮੈਂਟ ਦੇਖਦਾ, ਬੱਚੇ ਕਮੈਂਟ ਦੇਖ ਕੇ ਹੀ ਬਾਅਦ ਦੇ ਵਿੱਚ ਉਹਦੇ ਨਾਲ ਜੁੜਦੇ ਆ। ਔਰ ਇੰਨੇ ਸਬਸਕ੍ਰਾਈਬਰ ਇੰਨੇ ਘੱਟ ਸਮੇਂ ਦੇ ਵਿੱਚ ਕਰਵਾਉਣ ਲਈ ਬੱਚੇ ਤੁਹਾਡਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ। ਔਰ ਬੱਚੇ ਤੁਹਾਡਾ ਵੀ ਕਮੈਂਟ ਕਰਨ ਦੇ ਲਈ ਬਹੁਤ ਥੈਂਕ ਯੂ। ਆਪਾਂ ਹੁਣ ਅੱਜ ਦਾ ਜਿਹੜਾ ਆਪਣਾ ਟੌਪਿਕ ਆ ਉਹਨੂੰ ਸਟਾਰਟ ਕਰਦੇ ਹਾਂ। ਅਗਰ ਤੁਹਾਨੂੰ PDF ਚਾਹੀਦਾ ਹੋਇਆ, ਠੀਕ ਆ, ਇਹ ਵਾਲੀ ਕਲਾਸ ਦਾ, ਦੈਨ ਤੁਸੀਂ ਸਾਡਾ ਟੈਲੀਗ੍ਰਾਮ ਜੁਆਇਨ ਕਰ ਸਕਦੇ ਹੋ। ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕਰਵਾਇਆ ਜਾਊਗਾ। ਓਕੇ, ਦੇਖੋ ਬੱਚੇ, ਪਹਿਲਾਂ ਤੁਹਾਨੂੰ ਮੈਂ ਇੱਕ ਕੁਐਸਚਨ ਦਿਖਾ ਦਿੰਦਾ, ਫਿਰ ਇਸ ਤੋਂ ਬਾਅਦ ਆਪਣੀ ਗੱਲਬਾਤ ਜਿਹੜੀ ਸਟਾਰਟ ਕਰੀਏ। ਸੰਵਿਧਾਨ ਦੇ ਵਿੱਚ ਬੱਚੇ ਗੱਲ ਦੀ ਸਮੱਸਿਆ, ਮੇਰਾ ਗੱਲ ਨਾਲ ਥੋੜ੍ਹਾ ਜਿਹਾ ਇਸ਼ੂ ਆ, ਹੈਲਥ ਇਸ਼ੂ ਹੋਣ ਕਰਕੇ ਆਵਾਜ਼ ਵੀ ਪ੍ਰੋਪਰ ਨਹੀਂ ਆ ਰਹੀ, ਬਟ ਫਿਰ ਵੀ ਮੈਂ ਟਰਾਈ ਕਰ ਰਿਹਾ ਵੀ ਤੁਹਾਡੀ ਕਲਾਸ ਮਿਸ ਨਾ ਹੋਵੇ। ਇਹਨਾਂ ਦੇ ਵਿੱਚੋਂ ਕੀ ਕਹਿੰਦੇ ਆ, ਕਿਹੜਾ ਆਰਟੀਕਲ ਆ ਸੰਵਿਧਾਨ ਦਾ ਜਿਹੜਾ ਆਪਣੇ ਫਰੀडम ਆਫ ਪ੍ਰੈਸ ਦੇ ਨਾਲ ਡੀਲ ਕਰਦਾ? 4 ਆਪਸ਼ਨਾਂ ਨੇ A B C D। ਦੇਖੋ ਇਹਦਾ ਆਨਸਰ ਬੱਚੇ ਆਪਾਂ ਫੇਰ ਕਰਦੇ ਹਾਂ। ਪਹਿਲਾਂ ਆਪਾਂ ਕੁਛ ਕੁ ਗੱਲਾਂ ਕਰਦੇ ਹਾਂ ਫੰਡਾਮੈਂਟਲ ਰਾਈਟਸ ਦੇ ਬਾਰੇ। ਹੁਣ ਦੇਖੋ, ਫੰਡਾਮੈਂਟਲ ਰਾਈਟਸ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ ਵੀ ਹੁੰਦੇ ਕੀ ਆ। ਫੰਡਾਮੈਂਟਲ ਰਾਈਟ ਉਹ ਹੁੰਦੇ ਆ ਵੀ ਜਿਹੜੀ ਕਿ ਸਰਕਾਰ ਤੁਹਾਡੇ, ਮਤਲਬ ਕਿ ਤੁਹਾਨੂੰ ਸੰਵਿਧਾਨ ਦੁਆਰਾ ਪ੍ਰਾਪਤ ਨੇ, ਉਹਨਾਂ ਨੂੰ ਕੋਈ ਵੀ ਮਤਲਬ ਕਿ ਤੁਹਾਨੂੰ ਖੋਹ ਨਹੀਂ ਸਕਦਾ, ਉਹਨਾਂ ਨੂੰ ਕਹਿੰਦੇ ਆ ਵੀ ਫੰਡਾਮੈਂਟਲ ਰਾਈਟਸ, ਠੀਕ ਆ। ਤਾਂ ਸਰਕਾਰ ਕੁਛ ਵੀ ਕਰ ਸਕਦੀ ਹੈ ਪਰ ਉਹਨਾਂ ਦੇ ਖਿਲਾਫ ਜਿਹੜਾ ਤੁਹਾਡੀ ਉਹ ਚੀਜ਼ ਖੋਲੇ ਉਹਦੇ ਖਿਲਾਫ ਕੁਛ ਨਹੀਂ ਹੋ ਸਕਦਾ। ਅਤੇ ਫੰਡਾਮੈਂਟਲ ਰਾਈਟ ਦੀ ਖਾਸੀਅਤ ਇਹ ਚੀਜ਼ ਹੁੰਦੀ ਆ ਕਿ ਇਹਨਾਂ ਨੂੰ ਲੈ ਕੇ ਅਸੀਂ ਡਾਇਰੈਕਟ, ਹੋਰ ਤੁਹਾਡਾ ਕੋਈ ਵੀ ਕੇਸ ਆ, ਚਾਹੇ ਤੁਸੀਂ ਕਿਸੇ ਨਾਲ ਕੁੱਟਮਾਰ ਕੀਤੀ ਆ, ਗਾਲੀ ਗਲੋਚ ਆ, ਕਿਸੇ ਤਰ੍ਹਾਂ ਦਾ ਕੋਈ ਵੀ ਤੁਹਾਡਾ ਮਸਲਾ ਝਗੜਾ ਗਾ, ਤੁਸੀਂ ਬਾਕੀ ਕੇਸ ਨੇ ਜਿਹੜੇ ਉਹ ਡਾਇਰੈਕਟਲੀ ਹਾਈ ਕੋਰਟ ਜਾਂ ਫਿਰ ਸੁਪਰੀਮ ਕੋਰਟ ਦੇ ਵਿੱਚ ਨਹੀਂ ਲਿਜਾ ਸਕਦੇ। ਪਰ ਫੰਡਾਮੈਂਟਲ ਰਾਈਟ ਉਹ ਜਿਹਾ ਤੁਸੀਂ ਇਹਦੇ ਨਾਲ ਡਾਇਰੈਕਟਲੀ ਆਰਟੀਕਲ 32 ਦੇ ਥਰੂ ਸੁਪਰੀਮ ਕੋਰਟ 'ਤੇ ਅਪਰੋਚ ਕਰ ਸਕਦੇ ਹੋ। ਆਰਟੀਕਲ 226 ਦੇ ਅਕੋਰਡਿੰਗਲੀ ਤੁਸੀਂ ਕਿਸੇ ਵੀ ਹਾਈ ਕੋਰਟ ਦੇ ਵਿੱਚ ਜਾ ਕੇ ਇਹਦੀ ਦਲੀਲ ਅਪੀਲ ਕਰ ਸਕਦੇ ਹੋ, ਤਾਂ ਤੁਹਾਨੂੰ ਉੱਥੇ ਇਨਸਾਫ ਕੀਤਾ ਜਾਊਗਾ। ਤਾਂ ਇਹਦਾ ਫੰਡਾਮੈਂਟਲ ਰਾਈਟ ਦੀ ਹੋਊਗੀ ਬੇਸ ਖਾਸੀਅਤ। ਹੁਣ ਦੇਖੋ ਬੱਚੇ, ਪਹਿਲਾਂ ਆਪਾਂ ਇਹਦਾ ਬੇਸਿਕ ਫੈਕਟ ਦੇਖਦੇ ਹਾਂ ਵੀ ਇਹ ਸਟਾਰਟ ਕਿੱਥੇ ਕੀਤੇ ਗਏ ਸੀ। ਸਭ ਤੋਂ ਪਹਿਲਾਂ ਇਹ 1215 ਦੇ ਵਿੱਚ ਇੱਕ ਬ੍ਰਿਟੇਨ ਦਾ ਕਿੰਗ ਸੀਗਾ ਜੌਨ, ਬਸ ਇੰਨਾ ਕੁ ਯਾਦ ਰੱਖਣਾ। ਉਦੋਂ ਉਹਨੇ ਇਹ ਰਿਟਨ ਦੇ ਵਿੱਚ ਪ੍ਰੋਵਾਈਡ ਕਰਵਾਏ ਸੀ ਅਤੇ ਇਹਨੂੰ ਕਿਹਾ ਜਾਂਦਾ ਮੈਗਨਾ ਕਾਰਟਾ, ਵੈਸੇ ਇਹਨੂੰ ਕਿਹਾ ਜਾਂਦਾ, ਠੀਕ ਆ। ਅਤੇ ਆਪਣੇ ਫੰਡਾਮੈਂਟਲ ਰਾਈਟ ਨੇ ਜਿਹੜੇ, ਉਹਨੂੰ ਕਿਹਾ ਜਾਂਦਾ ਮੈਗਨਾ ਕਾਰਟਾ ਆਫ ਇੰਡੀਆ। ਤਾਂ ਹੁਣ ਤੁਹਾਨੂੰ ਮੈਗਨਾ ਕਾਰਟਾ ਔਰ ਇਹਦਾ ਬੇਸਿਕ ਫੈਕਟ ਜਿਹੜੇ ਸਟਾਰਟਿੰਗ ਦੇ ਵਿੱਚ ਕਿਹਨੇ ਕਿੱਥੇ ਸ਼ੁਰੂ ਕੀਤੇ ਆ ਬੱਚੇ, ਇਹ ਚੀਜ਼ ਤੁਹਾਨੂੰ ਕਲੀਅਰ ਹੋ ਗਈ ਹੋਊਗੀ। ਇਹ 3 ਪੁਆਇੰਟ ਨੇ ਜਿਹੜੇ ਤੁਹਾਨੂੰ ਬੇਸਿਕਲੀ ਪਤਾ ਹੋਣੇ ਚਾਹੀਦੇ ਆ। ਤਾਂ ਹੁਣ ਆਪਣੇ ਸੰਵਿਧਾਨ ਦੇ ਵਿੱਚ ਅਸੀਂ ਫੋਲੋ ਕਿੱਥੋਂ ਕੀਤੇ ਆ ਜਾਂ ਅਡੋਪਟ ਅਸੀਂ ਕਿੱਥੋਂ ਕੀਤੇ ਆ? ਸਾਡੇ ਕੌਨਸਟੀਟਿਊਸ਼ਨ ਦੇ ਵਿੱਚ ਇਹਦਾ ਸੋਰਸ ਹੈਗਾ USA ਯਾਨੀ ਕਿ ਅਮਰੀਕਾ। ਔਰ ਇਹਦੇ ਆਪਣੇ ਜੇ ਗੱਲ ਕਰੀਏ ਸੰਵਿਧਾਨ ਦੇ ਵਿੱਚ ਪਾਰਟ, ਤਾਂ ਇਹ ਪਾਰਟ ਆਉਂਦਾ 3rd ਦੇ ਵਿੱਚ। ਜੇ ਆਰਟੀਕਲ ਦੀ ਗੱਲ ਕਰੀਏ, ਆਰਟੀਕਲ ਦੇ ਆਉਂਦਾ 12 ਤੋਂ ਲੈ ਕੇ 35 ਤੱਕ। ਦੇਖੋ ਬੱਚੇ, ਤੁਸੀਂ ਸਭ ਨੇ ਕੁਛ ਜਿਹਨੇ ਪਹਿਲਾਂ ਤੋਂ ਵੀ ਤਿਆਰੀ ਕੀਤੀ ਆ, ਮੈਂ 100% ਗਰੰਟੀ ਨਾਲ ਕਹਿੰਦਾ ਬੱਚੇ, ਦੇਖੋ ਜਿਨ੍ਹਾਂ ਨੇ ਪਹਿਲਾਂ ਕਿਸੇ ਤੋਂ ਵੀ ਟੌਪਿਕ, ਕਿਸੇ ਟੀਚਰ ਤੋਂ ਜਾਂ ਫਿਰ ਬੁੱਕ ਤੋਂ ਕੀਤਾ, ਉਹਨੂੰ ਵੀ ਇਸੋਂ ਕੁਛ ਨਾ ਕੁਛ ਨਵੇਂ ਪੁਆਇੰਟ ਨੇ, ਫੈਕਟ ਨੇ ਜਿਹੜੇ ਉਹ ਕਲੀਅਰ ਹੋਣਗੇ, ਚਾਹੇ ਕਿਸੇ ਨੇ ਲਕਸ਼ਮੀਕਾਂਤ ਤੋਂ ਹੀ ਕੀਤਾ।
ਤਾਂ ਬੱਚੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ। ਜਿਹੜੇ ਬੱਚੇ ਬਿਲਕੁਲ ਹੀ ਨਵੇਂ ਨੇ ਤਾਂ ਬੱਚੇ ਉਹਨਾਂ ਲਈ ਤਾਂ ਬਿਲਕੁਲ ਹੀ ਨਵਾਂ ਕੰਟੈਂਟ ਹੋਊਗਾ, ਬਟ ਜਿਹੜੇ ਪੁਰਾਣੇ ਪੜ੍ਹ ਕੇ ਗਏ ਆ ਜਾਂ ਕਿਸੇ ਤੋਂ ਵੀ ਪੜ੍ਹੇ ਹੋਏ ਆ ਉਹਨਾਂ ਦੇ ਲਈ ਵੀ ਵੀਡੀਓ ਦੇ ਵਿੱਚ ਕੰਟੈਂਟ ਨਵਾਂ ਰਹਿਣ ਵਾਲਾ। ਸੋ ਤੁਸੀਂ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਸਾਰੀ ਜ਼ਰੂਰ ਦੇਖਣਾ। ਬੱਚੇ ਆ ਤਾਂ ਰਹੀ ਇਹਦੀ ਬੇਸ ਗੱਲ, ਤੇ ਹੁਣ ਆਪਾਂ ਗੱਲ ਕਰੀਏ ਇਹਨਾਂ ਦੇ ਨੇਚਰ ਦੀ। ਤਾਂ ਮਤਲਬ ਕੀ ਆ, ਇਹ ਜਸਟਿਸੇਬਲ ਹੈਗੇ ਨੇ, ਠੀਕ ਆ, ਔਰ ਜਸਟਿਸੇਬਲ ਵੀ ਨੇ ਪਲੱਸ ਬਾਉਂਡਡ ਵੀ ਨੇ, ਮਤਲਬ ਮੰਨਣੇ ਵੀ ਜ਼ਰੂਰੀ ਨੇ ਔਰ ਇਨਸਾਫ ਵੀ ਮਿਲੂਗਾ। ਤਾਂ ਆਹ ਚੀਜ਼ ਤਾਂ ਬੱਚੇ ਇੰਨੀ ਕੁ ਸੀ। ਹੁਣ ਜੇ ਆਪਾਂ ਗੱਲ ਕਰੀਏ ਵੀ ਸਟਾਰਟਿੰਗ ਦੇ ਵਿੱਚ ਇਹਨਾਂ ਦੀ ਗਿਣਤੀ 7 ਸੀ, ਬਟ ਹੁਣ ਕਿੰਨੀ ਆ ਕਰੰਟਲੀ, ਹੁਣ ਇਹਨਾਂ ਦੀ ਗਿਣਤੀ 6 ਆ। ਤੇ ਰਾਈਟ ਟੂ ਪ੍ਰੋਪਰਟੀ ਸੀਗਾ ਜਿਹੜਾ ਰਾਈਟ ਟੂ ਪ੍ਰੋਪਰਟੀ ਇਹਦੇ ਵਿੱਚੋਂ ਐਕਸਕਲੂਡ ਕਰਤਾ ਸੀ, ਮਤਲਬ ਕਿ ਇਹਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ 44ਵੀਂ ਅਮੈਂਡਮੈਂਟ ਦੇ ਨਾਲ। ਕਲੀਅਰ ਆ ਬੱਚੇ, ਉਹ ਆਰਟੀਕਲ 31 ਦੇ ਵਿੱਚ ਸੀਗਾ ਤੇ 44ਵੀਂ ਸੋਧ 1978 ਦੇ ਵਿੱਚ ਹੁੰਦੀ ਹੈ। ਤੇ ਹੁਣ ਇਹ ਲੀਗਲ ਰਾਈਟ ਆ 300A ਆਰਟੀਕਲ ਦੇ ਵਿੱਚ ਇਹਨੂੰ ਰੱਖਦਾ। ਆ ਤਾਂ ਇੱਕ ਬੱਚੇ ਇਹਦਾ ਓਵਰਵਿਊ ਆ, ਇੱਕ ਇਹ ਵਾਲਾ ਓਵਰਵਿਊ ਹੁੰਦਾ, ਔਰ ਇੱਕ ਆਪਾਂ ਓਵਰਵਿਊ ਹੋਰ ਕਰਨਾ। ਚਲੋ ਆਪਾਂ ਇੱਥੇ ਕਰ ਲੈਂਦੇ ਹਾਂ, ਠੀਕ ਆ। ਤੇ ਇੱਕ ਇਹਦਾ ਓਵਰਵਿਊ ਕਿਵੇਂ ਹੁੰਦਾ ਵੀ ਸਾਨੂੰ ਸੰਵਿਧਾਨ ਦੇ ਵਿੱਚ ਕਿੰਨੇ ਨੇ ਜਿਹੜੇ ਫੰਡਾਮੈਂਟਲ ਰਾਈਟ ਹੁਣ ਪ੍ਰੋਵਾਈਡ ਕਰਵਾਏ ਗਏ ਆ। ਆਪਾਂ ਕਹਾਂਗੇ 6, ਯਾਨੀ ਕਿ 6 ਆਪਣੇ ਬਾਈ ਕੌਨਸਟੀਟਿਊਸ਼ਨ ਸਾਨੂੰ ਪ੍ਰੋਵਾਈਡ ਕੀਤੇ ਗਏ ਆ। ਤੇ ਜੇ ਹੁਣ ਇਹਨਾਂ ਦੀ ਗੱਲ ਕਰੀਏ, ਪਹਿਲਾ ਹੁੰਦਾ ਰਾਈਟ ਟੂ ਇਕੁਅਲਿਟੀ, ਯਾਨੀ ਕਿ ਸਮਾਨਤਾ ਦਾ ਅਧਿਕਾਰ। ਫਿਰ ਹੁੰਦਾ ਸਾਨੂੰ ਫਰੀਡਮ, ਫਿਰ ਹੁੰਦਾ ਅਗੇਂਸਟ ਐਕਸਪਲੋਟੇਸ਼ਨ ਐਂਡ ਰਿਲੀਜੀਅਨ ਫਰੀਡਮ ਹੋ ਗਈ ਸਾਡੀ ਇਸ ਤੋਂ ਬਾਅਦ, ਠੀਕ ਆ। ਤੇ ਇਸ ਤੋਂ ਬਾਅਦ ਹੋ ਗਿਆ ਸਾਡਾ ਐਜੂਕੇਸ਼ਨਲ ਐਂਡ ਕਲਚਰਲ ਹੋ ਗਈ। ਔਰ ਬਿਲਕੁਲ ਲਾਸਟ ਤੇ ਆਰਟੀਕਲ ਜਿਹੜਾ 32 ਆ ਉਹਦੇ 'ਚ ਆ ਗਿਆ ਸਾਡਾ ਕੌਨਸਟੀਟਿਊਸ਼ਨਲ ਰੈਮਡੀਜ਼, ਯਾਨੀ ਕਿ ਅਸੀਂ ਸੁਪਰੀਮ ਕੋਰਟ ਨੂੰ ਅਪਰੋਚ ਕਰ ਸਕਦੇ ਹਾਂ ਜੇ ਸਾਡਾ ਹਨਨ ਹੁੰਦਾ। ਹੁਣ ਦੇਖੋ ਜਿਹੜੇ ਬੱਚੇ ਰਾਈਟ ਟੂ ਇਕੁਅਲਿਟੀ ਆ, ਤੇ ਇਹਦੇ ਵਿੱਚ ਕਿੰਨੇ ਤੋਂ ਕਿੰਨੇ ਆ, ਇਹਦੇ 'ਚ 14 ਤੋਂ ਲੈ ਕੇ 18 ਤੱਕ ਆਰਟੀਕਲ ਨੇ। ਤੇ ਜੇ 18 ਤੇ ਖਤਮ ਹੋਇਆ ਤਾਂ ਅਗਲਾ 19 ਤੋਂ ਸਟਾਰਟ ਕਰਕੇ 19 ਤੋਂ 22 ਤੱਕ ਆ। ਫਿਰ ਇਸ ਤੋਂ ਬਾਅਦ 23 ਤੋਂ ਲੈ ਕੇ 24 ਦੋ ਇਹਦੇ 'ਚ ਨੇ। ਤੇ ਫਿਰ ਇਸ ਤੋਂ ਬਾਅਦ 25 ਤੋਂ ਲੈ ਕੇ 28 ਤੱਕ ਇਹਦੇ 'ਚ ਨੇ। ਫਿਰ ਜਿਹੜਾ ਐਜੂਕੇਸ਼ਨਲ ਵਾਲਾ ਇਹਦੇ 'ਚ 29 ਤੋਂ ਲੈ ਕੇ 30 ਨੇ। ਤੇ ਜਿਹੜਾ 31 ਸੀਗਾ ਉਹ ਬਿਲਕੁਲ ਹੀ ਖਤਮ ਕਰਤਾ। ਤੇ ਹੁਣ ਆਰਟੀਕਲ ਇਸ ਤੋਂ ਬਾਅਦ 32 ਆ ਗਿਆ, ਉਹਦੇ 'ਚ ਕੌਨਸਟੀਟਿਊਸ਼ਨਲ ਰੈਮਡੀਜ਼ ਆ। ਤਾਂ ਇਹ ਇੱਕ ਇਹਦਾ ਦੂਸਰਾ ਓਵਰਵਿਊ ਆ। ਜੇ ਬੱਚੇ ਤੁਹਾਨੂੰ ਇੰਨਾ ਵੀ ਦਿਮਾਗ ਦੇ ਵਿੱਚ ਰਟ ਗਿਆ ਤਾਂ ਤੁਹਾਡਾ 30 ਤੋਂ 40% ਫੰਡਾਮੈਂਟਲ ਰਾਈਟ ਨੇ ਜਿਹੜੇ ਇੰਨੇ ਕੁ ਦੇ ਨਾਲ ਕਵਰ ਹੋ ਜਾਂਦੇ ਆ। ਜਿਹਨੂੰ ਇੱਕ ਇੰਨਾ ਕੁ ਓਵਰਵਿਊ ਆ ਗਿਆ, ਉਹ ਬੱਚਾ ਆਸਾਨੀ ਦੇ ਨਾਲ ਇਸ ਤੋਂ ਬਾਅਦ ਜਿਹੜਾ ਅੱਗੇ ਹੋਊਗਾ ਉਹਨੂੰ ਵੀ ਤੁਸੀਂ ਆਸਾਨੀ ਦੇ ਨਾਲ ਕਰ ਸਕਦੇ ਹੋ, ਠੀਕ ਆ। ਤਾਂ ਹੁਣ ਦੇਖੋ ਬੱਚੇ, ਜਿਹੜਾ ਆਪਣਾ ਕੁਐਸਚਨ ਸੀਗਾ ਉਹ ਕੀ ਕਹਿੰਦਾ, ਵਿਚ ਆਰਟੀਕਲ ਆਫ ਦਾ ਕੌਨਸਟੀਟਿਊਸ਼ਨ ਆਫ ਇੰਡੀਆ ਇਜ਼ ਰਿਲੇਟਡ ਵਿਦ ਫਰੀਡਮ ਆਫ ਦਾ ਪ੍ਰੈਸ। ਤਾਂ ਹੁਣ ਇਹ ਆਪਣਾ ਬਿਲਕੁਲ ਫਸਟ ਕੁਐਸਚਨ ਅੱਜ ਦੀ ਵੀਡੀਓ ਦਾ। ਅੱਗੇ ਆਪਾਂ ਸਟੇਟਮੈਂਟ ਵਾਲੇ ਕੁਐਸਚਨ ਵੀ ਹੈਗੇ ਆ ਬੱਚੇ, ਤਾਂ ਪਹਿਲਾਂ ਆਪਾਂ ਈਜ਼ੀ ਕੁਐਸਚਨ ਤੋਂ ਸਟਾਰਟ ਕਰਦੇ ਹਾਂ। ਤਾਂ ਦੇਖੋ ਇਹਦੇ 'ਚ ਕਿਹੜਾ ਆਪਾਂ ਹੁਣ ਗੱਲ ਕਰੀ ਸੀ ਕਿ ਫਰੀਡਮ ਸਾਨੂੰ ਕਿਹੜੇ ਆਰਟੀਕਲ 'ਚ ਮਿਲਦੀ ਆ। ਬਸ ਤੁਹਾਨੂੰ ਜਿੱਥੇ ਫਰੀਡਮ ਸ਼ਬਦ ਦਿਸ ਗਿਆ ਤਾਂ ਤੁਹਾਨੂੰ ਫਰੀਡਮ ਪਤਾ ਲੱਗ ਗਈ। ਜੇ ਤੁਹਾਨੂੰ ਇਕੁਅਲਿਟੀ ਆਉਂਦਾ, ਤੁਹਾਨੂੰ ਪਤਾ ਵੀ ਇਕੁਅਲਿਟੀ ਤੋਂ ਆਪਾਂ ਲੰਘ ਗਏ 14 ਤੋਂ 18। ਹੁਣ ਇਕੁਅਲਿਟੀ ਦਾ ਤਾਂ ਇੱਥੇ ਕੋਈ ਲੈਣਾ ਦੇਣਾ ਨਹੀਂ ਹੈਗਾ। ਫਿਰ ਇਹ ਤੋਂ ਬਾਅਦ ਆਪਾਂ ਪੜ੍ਹੇ ਸੀ 19 ਤੋਂ ਲੈ ਕੇ 22 ਤੱਕ ਫਰੀਡਮ ਵਾਲੇ। ਤਾਂ ਹੁਣ ਇਹਦੇ 'ਚੋਂ ਆਪਾਂ ਅੱਗੇ ਡਿਸਕਸ ਕਰਾਂਗੇ ਸਾਰੇ। ਪਹਿਲਾਂ ਆਪਾਂ 14 ਤੋਂ ਸਟਾਰਟ ਕਰਾਂਗੇ, ਬਟ ਇਹ ਕੁਐਸਚਨ ਆ ਬੱਚੇ ਜਿਹੜਾ ਫਰੀਡਮ ਦੇ ਰਿਗਾਰਡਿੰਗ ਆ। ਇਹ ਤੋਂ ਪਹਿਲਾਂ ਆਪਾਂ ਜਿਹੜੇ ਇਕੁਅਲਿਟੀ ਵਾਲੇ ਨੇ ਇਹਨਾਂ ਨੂੰ ਦੇਖਾਂਗੇ। ਸੋ ਇੱਥੇ ਆਪਾਂ ਇਹਨੂੰ ਪੂਰਾ ਡਿਸਕਸ ਨਹੀਂ ਕਰਾਂਗੇ, ਅਗਲੇ ਕੁਐਸਚਨ ਦੇ ਵਿੱਚ ਜਾਂ ਐਂਡ 'ਤੇ ਜਾ ਕੇ ਆਪਾਂ ਇਹਨਾਂ ਦੀ ਜਦੋਂ ਆਰਟੀਕਲ ਦੇ ਵਿੱਚ ਗੱਲ ਆਊਗੀ ਉਦੋਂ ਆਪਾਂ ਕਰਾਂਗੇ। ਤਾਂ ਇਹਦੇ 'ਚ ਜਿਹੜਾ ਫਰੀਡਮ ਆ ਉਹ ਆਰਟੀਕਲ 19 ਆ ਜਿਹੜਾ, ਉਹਦੇ 'ਚ ਸਾਨੂੰ ਫਰੀਡਮ ਆਫ ਦਾ ਪ੍ਰੈਸ ਮਿਲਦੀ ਆ। ਬਟ ਹੁਣ ਇੱਥੇ ਗੱਲ ਇਹ ਆ ਵੀ ਜਿਹੜਾ ਫਰੀਡਮ ਆਫ ਪ੍ਰੈਸ ਆ ਬੱਚੇ, ਇਹ ਸਾਡੇ ਸੰਵਿਧਾਨ ਦੇ ਵਿੱਚ ਡਾਇਰੈਕਟਲੀ ਮੈਂਸ਼ਨ ਨਹੀਂ ਹੈਗਾ, ਠੀਕ ਆ। ਤਾਂ ਇਹਦੇ 'ਚ ਇੱਕ ਕੇਸ ਆਇਆ ਸੀਗਾ, ਕਿਸੇ ਬੱਚੇ ਨੇ ਸੁਣਿਆ ਵੀ ਹੋਊਗਾ ਆਈ ਥਿੰਕ, ਸਕਲ ਪੇਪਰ ਲਿਮਟਿਡ ਵਰਸਸ ਯੂਨੀਅਨ ਆਫ ਇੰਡੀਆ। ਤਾਂ ਇਹ ਕੇਸ ਸੀਗਾ ਬੱਚੇ 1962 ਦਾ। ਤਾਂ ਇਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਮਤਲਬ ਕਿ ਤੁਹਾਡਾ ਜਿਹੜਾ ਇਹਦੀ ਪ੍ਰੈਸ ਦੀ ਫਰੀਡਮ ਆ ਉਹ ਸਪੀਚ ਔਰ ਐਕਸਪ੍ਰੈਸ਼ਨ ਦੇ ਵਿੱਚ ਹੀ ਆ ਜਾਂਦੀ ਆ। ਸੋ ਇਹਦੇ ਨਾਲ ਜਿਹੜਾ ਆਰਟੀਕਲ ਡੀਲ ਕਰੂਗਾ ਉਹ ਸਾਡਾ ਆਰਟੀਕਲ ਨੰਬਰ 19 ਆ ਜਿਹੜਾ ਉਹ ਡੀਲ ਕਰੂਗਾ। ਇਹ ਸੀ ਆਪਣਾ ਪਹਿਲਾ ਕੁਐਸਚਨ ਬੱਚੇ, ਤੇ ਜਿੰਨੇ ਫੈਕਟ ਆਪਣੇ ਤੋਂ ਪਹਿਲੇ ਕੁਐਸਚਨ ਦੇ ਨਾਲ ਕਵਰ ਹੋ ਸਕੇ ਉਹਨੇ ਆਪਾਂ ਕਰਨ ਦੀ ਕੋਸ਼ਿਸ਼ ਕੀਤੀ ਆ। ਇਸ ਤੋਂ ਬਾਅਦ ਹੁਣ ਦੇਖੋ ਆਪਾਂ ਆਰਟੀਕਲ 12 ਤੋਂ ਇਹਨੂੰ ਸਟਾਰਟ ਕੀਤਾ। ਤਾਂ ਹੁਣ ਆਰਟੀਕਲ 12 ਕੀ ਕਹਿੰਦਾ, ਪਹਿਲਾਂ ਆਪਾਂ ਆਰਟੀਕਲ 12 ਤੇ ਹੀ ਚਾਨਣ ਪਾਈਏ ਤੁਹਾਨੂੰ। ਦੇਖੋ ਬੱਚੇ, ਆਰਟੀਕਲ 12 ਦੇ ਵਿੱਚ ਹੈਗੀ ਆ ਪਰਿਭਾਸ਼ਾ। ਆਰਟੀਕਲ 12 ਦੇ ਵਿੱਚ ਕੀ ਆ, ਪਰਿਭਾਸ਼ਾ ਗਈ। ਮਤਲਬ ਪਰਿਭਾਸ਼ਾ ਕਾਹਦੀ ਆ,
परिभाषा ऑफ स्टेट। हुण ये वाला स्टेट आ जिहड़ा ये राज नहीं हैगा इत्थे, ठीक आ। इत्थे कोई भी चीज़ है, चाहे सेंट्रल गवर्नमेंट आ उहदे एग्जीक्यूटिव ने, लैजिसलेटिव आ, चाहे स्टेट गवर्नमेंट आ उहदे एग्जीक्यूटिव उहदी लैजिसलेटिव आ, लोकल गवर्नमेंट आ, गवर्नमेंट ऑर्गेनाइजेशन ने जिवें कि नैशनल बैंक हो गया, अपना ONGC हो गया, UPSC हो गया, कोऑपरेशन बैंक हो गई, है ना, यूनीवर्सिटी हो गई, LIC हो गई, ये चीज़ां ने जिहड़ियां सरकारी अदारे ने, ये सारियां चीज़ां इत्थे स्टेट दे विच इनकलूड ने, ठीक आ। इत्थे स्टेट का मतलब किसी राज तो नहीं हैगा, इत्थे स्टेट का मतलब चाहे केंद्र सरकार आ उहदे एग्जीक्यूटिव ते लैजिसलेट जानी कि जुडिशरी नूं छड्ड के स्टेट गवर्नमेंट के एग्जीक्यूटिव मतलब कि कार्यपालिका ते विधान पालिका दोनों ने न्यायपालिका छड्ड देनी आ, तिनों लैवल की केंद्र सरकार, राज सरकार और लोकल गवर्नमेंट, ठीक आ। तो इस तो बाद गवर्नमेंट ऑर्गेनाइजेशन सारियां नहीं हैगियां, उहदे चों मेन जिहां ने जिवें कि LIC हो गया, ONGC हो गया, UPSC हो गया, नैशनल बैंक हो गया, कोऑपरेशन बैंक हो गई, यूनीवर्सिटी हो गई। तो ये वालियां चीज़ां ने ये सारियां काहदे च आउंदियां ने, डेफिनेशन ऑफ स्टेट दे विच आ जांदियां ने। तो तुहानूं ये 12 दे बारे तां क्लीयर हो गया। देखो बच्चे यही सेम डेफिनेशन हैगी आ आर्टिकल 36 दे विच आ, वो भी तकरीबन इहदे नाल दी आ। एक डेफिनेशन हैगी साडे संविधान दे विच आर्टिकल 152 दे विच। हुण जिहड़ी 152 दे विच आ ये डेफिनेशन मिलदी है शेड्यूल 1 वाली डेफिनेशन दे नाल, मतलब कि जिहड़ियां स्टेट दी आ वो अलग चीज़ आ, ठीक है। शेड्यूल 1 दे विच जिहड़ी डेफिनेशन आ वो मिलदी है आर्टिकल 152 दे नाल, ते आर्टिकल 12 ते आर्टिकल 36 ਤਾਂ ਇਹਨਾਂ ਦੋਨਾਂ ਦੀ ਡੈਫੀਨੇਸ਼ਨ ਆਪਸ ਦੇ ਵਿੱਚ ਸੇਮ ਹੈਗੀ ਆ। ਤਾਂ ਹੁਣ ਕੋਈ ਬੱਚਾ ਇਹਨੂੰ ਇਹ ਨਾ ਕਨਫਿਊਜ਼ ਕਰ ਲੇ ਵੀ ਆਪਾਂ ਦੇਖੋ ਗੱਲ ਕਰੀ ਸੀ ਵੀ ਫੰਡਾਮੈਂਟਲ ਰਾਈਟ ਨੇ ਜਿਹੜੇ ਬੱਚੇ 12 ਤੋਂ 35 ਤੱਕ ਨੇ, ਤੇ ਜਿਹੜਾ ਆਰਟੀਕਲ 37 ਆ ਉਹ ਇਦੋਂ ਬਾਅਦ DPSP 'ਚ ਚਲਾ ਗਿਆ, ਪਾਰਟ ਚੌਥੇ ਦੇ ਵਿੱਚ ਚਲਾ ਗਿਆ। ਕਿਤੇ ਆ ਜਿਹੜਾ ਆਰਟੀਕਲ 37 ਆਪਾਂ ਲਿਖਿਆ ਇਹਨੂੰ ਕਿਤੇ ਫੰਡਾਮੈਂਟਲ ਰਾਈਟ ਦੇ ਵਿੱਚ ਕਨਫਿਊਜ਼ ਨਾ ਕਰ ਲਿਓ ਕਿ ਜਦੋਂ ਇਹਦੇ ਵਿੱਚ ਦਿੱਤੀ ਹੋਈ ਹੈ ਤਾਂ ਅਸੀਂ 37 ਦੇ ਵਿੱਚ ਕਿਉਂ ਪੜ੍ਹ ਰਹੇ ਹਾਂ। ਇਹ ਆਪਣਾ ਅਗਲਾ ਪਾਰਟ ਚਲਾ ਗਿਆ, ਪਾਰਟ 4, ਔਰ ਇਹ ਹੈਗਾ DPSP ਦੇ ਵਿੱਚ, ਠੀਕ ਆ। ਤਾਂ ਇਹਦੇ ਵਿੱਚ ਜਿਹੜੀ ਡੈਫੀਨੇਸ਼ਨ ਆ ਉਹੀ ਸੇਮ ਡੈਫੀਨੇਸ਼ਨ ਆਰਟੀਕਲ 12 ਦੇ ਵਿੱਚ ਆ। ਤਾਂ ਇਹਦੇ 'ਚ ਸੈਂਟਰਲ ਗਵਰਨਮੈਂਟ ਦੇ ਐਗਜ਼ੀਕਿਊਟਿਵ, ਲੈਜਿਸਲੇਟਿਵ ਸਟੇਟ ਦੇ ਔਰ ਲੋਕਲ ਗਵਰਨਮੈਂਟ ਦੇ ਗਵਰਨਮੈਂਟ ਆਰਗੇਨਾਈਜੇਸ਼ਨ। ਤਾਂ ਆਰਟੀਕਲ 12 ਬੱਚੇ ਬਿਲਕੁਲ ਤੁਹਾਨੂੰ ਕਲੀਅਰ ਹੋਊਗਾ, ਹੋਪ ਕਰਦਾ, ਅਤੇ ਮੈਂ ਇਹਨੂੰ ਅਰੇਜ਼ ਕਰਨ ਲੱਗਿਆ। ਇਸ ਤੋਂ ਬਾਅਦ ਦੇਖੋ ਜਿਹੜਾ ਆਰਟੀਕਲ ਹੈਗਾ 13, ਆਰਟੀਕਲ 13 ਬੱਚੇ ਦੇਖੋ ਤੁਹਾਨੂੰ ਜਿਹੜੇ 14, 15, 16, 17, 18, 19 ਐਵੇਂ ਆਰਟੀਕਲ ਨੇ ਨਾ ਉਹ ਤਾਂ ਤੁਸੀਂ ਬੜੇ ਰੱਟ ਕੇ ਜਾਂਦੇ ਹੋ, ਬਟ ਜਦੋਂ ਤੁਹਾਨੂੰ ਕੁਐਸਚਨ 12, 13 ਦੇ ਵਿੱਚੋਂ ਬਣ ਜਾਂਦਾ ਜਾਂ ਫਿਰ ਇਸ ਤੋਂ ਬਾਅਦ 33, 34, 35 ਦੇ ਵਿੱਚੋਂ ਬਣ ਜਾਂਦਾ, ਉਹ ਬੱਚੇ ਛੇੜ ਕੇ ਵੀ ਨਹੀਂ ਜਾਂਦੇ, ਉਹਨੂੰ ਟੱਚ ਵੀ ਨਹੀਂ ਕਰਕੇ ਜਾਂਦੇ ਕਿ ਇਹਨਾਂ ਦੇ ਵਿੱਚ ਹੈ ਕੀ ਆ। ਜਦ ਕਿ ਇਹਨਾਂ ਦੀ ਸ਼ੁਰੂਆਤ ਆ ਸਾਰੀ ਜਿਹੜੀ ਉਹ 12 ਤੇ 13 ਤੋਂ ਹੀ ਹੁੰਦੀ ਹੈ ਨਾ, ਇਹਨਾਂ ਦੀ ਖੜੀ ਆ। ਤਾਂ ਤੁਸੀਂ ਬੇਸਿਕਲੀ ਕਿੱਥੋਂ ਸਟਾਰਟ ਕਰਦੇ ਹੋ ਕਿ ਰਾਈਟ ਟੂ ਇਕੁਅਲਿਟੀ, ਫਰੀडम ਆ, ਐਕਸਪਲੋਟੇਸ਼ਨ ਦੇ ਅਗੇਂਸਟ ਆ, ਰਿਲੀਜਨ ਦੇ ਮਤਲਬ ਕਿ ਆਜ਼ਾਦੀ ਹੈ ਸਾਨੂੰ, ਕਲਚਰਲ ਐਜੂਕੇਸ਼ਨਲ ਆਜ਼ਾਦੀ ਆ, ਕੌਂਸਟੀਟਿਊਸ਼ਨਲ ਰੈਮਡੀਜ਼ ਆ, ਬਸ ਇਹਨਾਂ ਨੂੰ ਕਰ ਲਿਆ, ਅਤੇ ਇਹਦੀਆਂ ਐਕਸੈਪਸ਼ਨ ਨੇ ਜਿਹੜੀਆਂ ਉਹਨਾਂ ਨੂੰ ਕਰ ਲਿਆ, ਬਸ ਆਪਣਾ ਕੰਮ ਹੋ ਗਿਆ। ਦੇਖੋ ਐਕਸੈਪਸ਼ਨ ਪੜ੍ਹਨੀਆਂ ਨੇ ਜਿਹੜੀਆਂ ਬੱਚੇ ਉਹ ਜ਼ਰੂਰੀ ਆ, ਅਪਵਾਦ ਨੇ ਜਾਣੀ ਕਿ ਉਹ ਪੜ੍ਹਨੇ ਜ਼ਰੂਰੀ ਆ, ਪਰ ਉਹ ਤੋਂ ਪਹਿਲਾਂ 12 ਤੇ 13 ਨੰਬਰ ਆਰਟੀਕਲ ਪੜ੍ਹਨਾ ਬਹੁਤ ਜ਼ਰੂਰੀ ਆ। 12 ਆਪਾਂ ਕਵਰ ਕਰ ਲਿਆ, ਹੁਣ 13 ਦੀ ਗੱਲ ਕਰੀਏ ਤਾਂ 13 ਦੇ ਵਿੱਚ ਹਾਲ ਦੀ ਘੜੀ ਇਹਦੇ 'ਚ ਅੱਗੇ 4 ਨੇ, 13 ਮਤਲਬ 1, 2, 3 ਐਵੇਂ ਸਬ ਕਲਾਸ 4 ਨੇ। ਤਾਂ ਮਤਲਬ ਹੁਣ ਇਹਦੇ 'ਚ ਬੱਚੇ ਸਾਰੇ ਇੰਪੋਰਟੈਂਟ ਤਾਂ ਨਹੀਂ ਹੈਗੇ ਇੰਨੇ, ਠੀਕ ਆ। ਤਾਂ 13(1) ਕੀ ਕਹਿੰਦਾ, ਮਤਲਬ ਕਿ ਇਹਦੇ 'ਚ ਕੀ ਆ, ਪ੍ਰੀ ਕੌਂਸਟੀਟਿਊਸ਼ਨਲ ਲਾਅ, ਮਤਲਬ ਕਿ ਕੀ ਆ, ਸੰਵਿਧਾਨ ਤੋਂ ਪਹਿਲਾਂ ਕੋਈ ਕਾਨੂੰਨ ਅਧਿਕਾਰ ਦੀ ਉਲੰਘਣਾ ਕਰਦਾ ਹੋਵੇ ਤਾਂ ਉਹ ਖਤਮ ਹੋ ਜਾਊਗਾ, ਠੀਕ ਆ। ਇਸ ਤੋਂ ਬਾਅਦ ਜਿਹੜਾ ਇਹਦਾ ਦੂਸਰਾ ਗਾ 13 ਦਾ ਦੂਸਰਾ, ਇਹ ਮਤਲਬ ਕਿ ਪ੍ਰੀ ਤੇ ਪੋਸਟ ਦਾ ਤੁਸੀਂ ਸਮਝਦੇ ਹੋ, ਇਹ ਸੰਵਿਧਾਨ ਬਣਨ ਤੋਂ ਬਾਅਦ ਦਾ ਕੋਈ ਕਾਨੂੰਨ ਆ, ਠੀਕ ਆ, ਉਹ ਖਤਮ ਹੋ ਜਾਊਗਾ ਜਿਹੜਾ ਕਿ ਇਹਦੀ ਆਪਣੀ ਉਲੰਘਣਾ ਕਰਦਾ ਹੋਵੇ ਮੌਲਿਕ ਅਧਿਕਾਰਾਂ ਦੀ। ਹੁਣ ਜਿਹੜਾ ਇਹਦੇ 'ਚ 13(3) ਆ, ਠੀਕ ਆ, ਤਾਂ ਇਹਨੂੰ ਦੇਖੋ ਬੱਚੇ 13(3) ਇਹਦੇ ਵਿੱਚ ਕੀ ਕਹਿੰਦਾ, 13 ਦਾ ਸਬ ਕਲਾਸ 3 ਕਹਿੰਦਾ ਇਹਦੇ 'ਚ ਹੈਗਾ ਮੀਨਿੰਗ ਆਫ ਲਾਅ, ਮੀਨਿੰਗ ਆਫ ਲਾਅਸ। ਇਹ ਕਾਫੀ ਇੰਪੋਰਟੈਂਟ ਆ, ਇਹਨੂੰ ਤੁਸੀਂ ਧਿਆਨ 'ਚ ਰੱਖਿਓ। ਮੀਨਿੰਗ ਆਫ ਲਾਅ, ਮੀਨਿੰਗ ਆਫ ਲਾਅ ਦੀ ਗੱਲ ਕਿੱਥੇ ਕੀਤੀ ਹੈ, ਤੁਸੀਂ ਕਹੋਗੇ ਆਰਟੀਕਲ 13। ਆਰਟੀਕਲ 13 ਦੇ ਵਿੱਚ ਵੀ ਕਿੰਨੇ 'ਚ, ਜੇ ਆਰਟੀਕਲ 13(1) ਦੀ ਗੱਲ ਆ ਗਈ ਉਹਦੇ 'ਚ ਵੀ ਸੰਵਿਧਾਨ ਬਣਨ ਤੋਂ ਪਹਿਲਾਂ ਜਿਹੜੀਆਂ ਕੋਈ ਟਰੀਟੀਆਂ ਕੀਤੀਆਂ ਹੋਈਆਂ ਨੇ ਉਹ ਖਤਮ ਹੋ ਜਾਣਗੀਆਂ, ਠੀਕ ਆ। ਜਾਂ ਕੋਈ ਮਤਲਬ ਕਿ ਅਧਿਕਾਰ ਦੀ ਉਲੰਘਣਾ ਕਰਦਾ ਹੋਵੇ ਉਹ ਚੀਜ਼ਾਂ ਖਤਮ ਨੇ। 13(2) ਦੇ ਵਿੱਚ ਇਹ ਆ ਵੀ ਸੰਵਿਧਾਨ ਬਣਨ ਤੋਂ ਬਾਅਦ ਜੇ ਕੋਈ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦਾ ਤਾਂ ਉਹ ਵੀ ਖਤਮ ਆ। ਅਤੇ ਜਿਹੜਾ 13(3) ਆ ਇਹਦੇ 'ਚ ਮੀਨਿੰਗ ਆਫ ਲਾਅ ਆ, ਜਾਣੀ ਕਿ ਆਰਡੀਨੈਂਸ ਆ ਗਏ, ਨੋਟੀਫਿਕੇਸ਼ਨ ਆ ਗਏ, ਲਾਅ ਹੋ ਗਿਆ, ਲਾਅ ਬਾਈ ਲਾਅ ਹੋ ਗਿਆ, ਕੋਈ ਰੂਲ ਹੋ ਗਿਆ, ਰੈਗੂਲੇਸ਼ਨ ਹੋ ਗਈ, ਜਾਂ ਕੋਈ ਪ੍ਰਥਾ ਚੱਲਦੀਆਂ ਹੁੰਦੀਆਂ ਜਿਵੇਂ ਸਤੀ ਪ੍ਰਥਾ ਸਿਸਟਮ ਵਗੈਰਾ ਐਵੇਂ ਦਾ ਕੁਛ। ਤਾਂ ਜਿਹੜੇ ਫੰਡਾਮੈਂਟਲ ਰਾਈਟ ਦੇ ਅਗੇਂਸਟ ਦੇ ਚੀਜ਼ਾਂ ਨੇ ਉਹ ਸਾਰੀਆਂ ਮੀਨਿੰਗ ਆਫ ਲਾਅ ਦੇ ਵਿੱਚ ਮਤਲਬ ਕਿ ਇਹਦੇ 'ਚ ਆ ਜਾਂਦੀਆਂ। ਇਹ ਨਹੀਂ ਹੈਗਾ ਇਕੱਲਾ ਵੀ ਫੰਡਾਮੈਂਟਲ ਰਾਈਟ ਵਾਲੀਆਂ ਚੀਜ਼ਾਂ, ਆਰਡੀਨੈਂਸ ਆ, ਨੋਟੀਫਿਕੇਸ਼ਨ, ਲਾਅ ਬਾਈ ਲਾਅ, ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਸਾਰੀਆਂ ਉਹ ਵੀ ਇਹਦੇ ਵਿੱਚ ਮੀਨਿੰਗ ਆਫ ਲਾਅ ਦੇ ਵਿੱਚ ਆ ਜਾਂਦੀਆਂ। ਅਤੇ ਇਹ ਮੈਂ ਤੁਹਾਨੂੰ ਕਿਉਂ ਕਰਵਾਉਣਾ, ਤਾਂ ਬੱਚੇ ਇਹਦੇ ਰਿਗਾਰਡਿੰਗ ਅੱਗੇ ਕੇਸ ਆਉਣਗੇ, ਅਤੇ ਜਿਵੇਂ ਕੇਸ ਆਨੰਦ ਭਾਰਤੀ ਕੇਸ ਹੋ ਗਿਆ, ਬਾਕੀ ਕੇਸ ਆਪਾਂ ਦੇਖਾਂਗੇ, ਤਾਂ ਉੱਥੇ ਤੁਸੀਂ ਕਹੋਗੇ ਵੀ ਸਰ ਮੀਨਿੰਗ ਆਫ ਲਾਅ ਦੀ ਗੱਲ ਕਿੱਥੋਂ ਆ ਗਈ, ਠੀਕ ਆ। ਤਾਂ ਕਰਕੇ ਇਹ ਬੱਚੇ ਜ਼ਰੂਰੀ ਆ ਚੀਜ਼ ਇੱਥੇ ਪੜ੍ਹਨੀ, ਤਾਂ ਤੁਹਾਨੂੰ ਮੈਂ ਕਰਵਾ ਰਿਹਾ। ਇਸ ਤੋਂ ਬਾਅਦ 13 ਦਾ ਜਿਹੜਾ ਨੰਬਰ 4 ਆ,
ਇਹ ਕੀ ਕਹਿੰਦਾ, ਇਹ ਕਹਿੰਦਾ ਵੀ ਆਰਟੀਕਲ 13 ਦੇ ਵਿੱਚ, ਆਰਟੀਕਲ 13 ਦੀ ਕੋਈ ਵੀ ਗੱਲ ਆ, ਠੀਕ ਆ, ਤਾਂ 368 ਤੇ ਲਾਗੂ ਨਹੀਂ ਹੋਊਗੀ। ਹੁਣ 368 ਤੇ ਲਾਗੂ ਕਰਨ ਦਾ ਮਤਲਬ ਕੀ ਸੀ, ਕਿਉਂਕਿ ਅਮੈਂਡਮੈਂਟ ਕੀਤੀ ਜਾਂਦੀ ਹੈ ਆਰਟੀਕਲ 368 ਦੇ ਨਾਲ। ਤੇ ਹੁਣ ਜੇ ਇਹ ਗੱਲਾਂ ਪਹਿਲਾਂ ਹੀ ਕਹੀ ਜਾਂਦੇ ਆ, ਆਪਣਾ ਆਰਟੀਕਲ 13 ਕਹਿੰਦਾ ਵੀ ਜਿਹੜਾ ਸੰਵਿਧਾਨ ਆ, ਠੀਕ ਆ, ਤੇ ਸੰਵਿਧਾਨ ਦੇ ਵਿੱਚ ਫੰਡਾਮੈਂਟਲ ਰਾਈਟ ਦੇ ਬਾਰੇ ਜੇ ਕੋਈ ਹਨਨ ਕਰਦਾ, ਚਾਹੇ ਤਾਂ ਸੰਵਿਧਾਨ ਤੋਂ ਪਹਿਲਾਂ ਜਾਂ ਫਿਰ ਸੰਵਿਧਾਨ ਤੋਂ ਬਾਅਦ, ਤਾਂ ਉਹਨੂੰ ਅਸੀਂ ਰੱਦ ਕਰ ਦਾਂਗੇ, ਮਤਲਬ ਕਿ ਠੀਕ ਆ, ਉਹ ਰੱਦ ਹੋ ਜਾਣਗੇ, ਖਤਮ ਹੋ ਜਾਣਗੇ। ਤਾਂ ਫਿਰ ਇਹਨਾਂ ਨੇ ਕਿਹਾ ਵੀ ਅਸੀਂ ਆਰਟੀਕਲ ਸੰਵਿਧਾਨ ਦੇ ਵਿੱਚ ਜੇ ਸ਼ੋਧ ਕਰਨੀ ਹੈ ਤਾਂ 368 ਨੰਬਰ ਆਰਟੀਕਲ ਦੇ ਨਾਲ ਹੋਊਗੀ। ਤਾਂ ਇਹਨਾਂ ਨੇ ਚੌਥਾ 13 ਦੇ ਵਿੱਚ ਚੌਥਾ ਕਲੌਜ਼ ਰੱਖਤਾ ਕਿ ਆਰਟੀਕਲ 13 ਦੀ ਕੋਈ ਵੀ ਗੱਲ 368 ਤੇ ਲਾਗੂ ਨਹੀਂ ਹੁੰਦੀ, 368 ਨੂੰ ਅਸੀਂ ਇਹਦੇ ਚੋਂ ਬਾਹਰ ਰੱਖਾਂਗੇ, ਠੀਕ ਆ। ਤਾਂ ਇਹ ਐਡ ਕੀਤਾ ਸੀ ਬਾਅਦ ਦੇ ਵਿੱਚ। ਤਾਂ ਇਹਦੇ ਲਈ ਅਮੈਂਡਮੈਂਟ ਜ਼ਰੂਰੀ ਆ। ਕਦੋਂ ਐਡ ਕੀਤਾ ਗਿਆ ਸੀ? 24ਵੀਂ ਕੌਂਸਟੀਟਿਊਸ਼ਨਲ ਅਮੈਂਡਮੈਂਟ ਹੋਈ ਸੀ ਬੱਚੇ 1971 ਦੇ ਵਿੱਚ। ਆਹ ਬੜਾ ਇੰਪੋਰਟੈਂਟ ਫੈਕਟ ਆ, ਇਹਨੂੰ ਧਿਆਨ 'ਚ ਰੱਖਿਓ, ਠੀਕ ਆ। ਔਰ ਜੇ ਹੁਣ ਗੱਲ ਕਰੀਏ ਆਰਟੀਕਲ 13(3) ਦੇ ਵਿੱਚ ਕਿਤੇ ਵੀ ਕੋਈ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ ਨਹੀਂ ਹੈਗਾ। ਤਾਂ ਆਹ ਤਾਂ 12 ਔਰ 13 ਨੰਬਰ ਆਰਟੀਕਲ ਬੱਚੇ ਤੁਹਾਨੂੰ ਆਈ ਥਿੰਕ ਕਲੀਅਰ ਹੋ ਗਏ ਹੋਣਗੇ। ਇਸ ਤੋਂ ਬਾਅਦ ਇਹਨਾਂ ਦੇ ਜਿਹੜੇ ਕੁਝ ਕੁ ਹੋਰ ਫੈਕਟ ਆਪਾਂ ਉਹਨਾਂ ਨੂੰ ਵੀ ਦੇਖਦੇ ਹਾਂ। ਹੁਣ ਦੇਖੋ, ਸਭ ਤੋਂ ਪਹਿਲਾਂ ਸ਼ੁਰੂਆਤ ਆਪਾਂ ਕੀਤੀ ਸੀ ਵੀ ਬ੍ਰਿਟੇਨ ਦੇ ਵਿੱਚ ਹੋ ਗਈ ਸੀ। ਕਿੰਗ ਜੌਹਨ ਸੀਗਾ ਜਿਹੜਾ, ਉਹਨੇ ਮੈਗਨਾ ਕਾਰਟਾ ਨਾਂ ਦਿੱਤਾ ਸੀ। 1699 ਦੇ ਵਿੱਚ ਬਿਲ ਆਫ ਰਾਈਟਸ ਨੂੰ USA ਨੇ ਰੱਖਤਾ। ਫਿਰ 1799 ਦੇ ਵਿੱਚ ਫਰਾਂਸ 'ਚ ਆ ਗਏ। 91 ਦੇ ਵਿੱਚ USA ਸੰਵਿਧਾਨਕ ਸੋਧ ਕਰਕੇ ਐਡ ਕਰਤੇ ਸੀ, ਅਤੇ ਆਪਾਂ ਸੰਵਿਧਾਨ ਦੇ ਵਿੱਚ ਵੀ ਐਡ ਕਰ ਲਏ ਸੀ, ਠੀਕ ਆ। ਹੁਣ ਆਪਾਂ ਇਹਨਾਂ ਦੀ ਗੱਲ ਕਰੀਏ ਵੀ ਫੰਡਾਮੈਂਟਲ ਰਾਈਟਸ ਕਿਵੇਂ ਆਈ ਜਾਂ ਸਾਡੇ ਕੋਲ ਕੀ ਗੱਲ ਆ। ਦੇਖੋ ਬੱਚੇ, ਜਦੋਂ ਸਰਕਾਰ ਬਣੀ ਸੀ, ਮਤਲਬ ਕਿ 1950 ਦੇ ਵਿੱਚ ਸੰਵਿਧਾਨ ਆਪਣਾ ਲਾਗੂ ਹੋ ਗਿਆ, ਤਾਂ ਸਰਕਾਰ ਨਾ ਜ਼ਮੀਨਾਂ ਲੈ ਰਹੀ ਸੀ ਡਿਵੈਲਪਮੈਂਟ ਦੇ ਕੰਮ ਕਰਨ ਦੇ ਲਈ। ਰੇਲਵੇ ਵਸਾਉਣੀ ਸੀ ਜਾਂ ਫਿਰ ਰੋਡ ਵਸਾਉਣੇ ਸੀਗੇ। ਤਾਂ ਐਵੇਂ ਕਰਦੇ ਕਰਦੇ ਉਹਨਾਂ ਨੂੰ ਜ਼ਮੀਨ ਦੀ ਲੋੜ ਸੀਗੀ। ਤਾਂ ਉਦੋਂ ਲੈਂਡ ਰਿਫੋਰਮਸ ਦੇ ਨਾਂ 'ਤੇ ਕਾਫੀ ਕੁਝ ਹੋਣ ਲੱਗਿਆ। ਤਾਂ ਸੁਪਰੀਮ ਕੋਰਟ ਨੇ ਕਿਹਾ ਵੀ ਫੰਡਾਮੈਂਟਲ ਰਾਈਟ ਦਾ ਤਾਂ ਤੁਸੀਂ ਹਨਨ ਕਰੀ ਜਾਂਦੇ ਹੋ, ਲੋਕਾਂ ਤੋਂ ਜ਼ਮੀਨਾਂ ਲਈ ਜਾਂਦੇ ਹੋ, ਤੁਸੀਂ ਫੰਡਾਮੈਂਟਲ ਰਾਈਟ ਦਾ ਹਨਨ ਹੋ ਰਿਹਾ। ਕਿਹੜੇ ਆਰਟੀਕਲ ਦਾ ਹੋ ਰਿਹਾ ਸੀ? ਆਰਟੀਕਲ ਜਿਹੜਾ 31 ਆ, ਵੀ ਇਹਦੇ ਵਿੱਚ ਰਾਈਟ ਟੂ ਪ੍ਰੋਪਰਟੀ ਵਾਲਾ ਜਿਹੜਾ, ਤਾਂ ਤੁਸੀਂ ਇਹਦਾ ਹਨਨ ਕਰਦੇ ਹੋ। ਤਾਂ ਸਰਕਾਰ ਨੇ ਕਿਹਾ ਵੀ ਇਹ ਤਾਂ ਅਸੀਂ ਸੰਵਿਧਾਨ ਦੇ ਵਿੱਚ ਰੱਖ ਕੇ ਰਾਈਟ ਟੂ ਪ੍ਰੋਪਰਟੀ ਪੰਗਾ ਹੀ ਲੈ ਲਿਆ, ਵੀ ਹੁਣ ਅਸੀਂ ਪ੍ਰੋਪਰਟੀ ਕਿਵੇਂ ਲੈ ਸਕਦੇ ਹਾਂ, ਹੈ ਨਾ। ਤਾਂ ਫਿਰ ਇਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ? ਪਹਿਲੀ ਅਮੈਂਡਮੈਂਟ ਹੀ ਕੀਤੀ। ਫਸਟ ਅਮੈਂਡਮੈਂਟ ਜਦੋਂ ਕੌਂਸਟੀਟਿਊਸ਼ਨਲ ਅਮੈਂਡਮੈਂਟ ਹੋਈ 1951 ਦੇ ਵਿੱਚ, ਸਭ ਤੋਂ ਪਹਿਲੀ ਅਮੈਂਡਮੈਂਟ ਕਰਤੀ ਇਹਨਾਂ ਨੇ ਉਹਦੀ। ਅਤੇ ਨਾਲ ਹੀ ਇਹਨਾਂ ਨੇ ਕਹਿਤਾ ਵੀ 31(1), 31A, 31B ਹੁਣ ਦੇਖੋ ਐਡ ਕਰਤੇ ਇਹਦੇ 'ਚ, ਠੀਕ ਆ। ਤਾਂ 31A ਆਹ ਦੋ ਨੇ ਜਿਹੜੇ ਇਹ ਨਵੇਂ ਐਡ ਕਰਤੇ ਸੀਗੇ। ਇਹਦੇ 'ਚ 31A 'ਚ ਕਹਿਤਾ ਵੀ ਆਰਟੀਕਲ 14 ਅਤੇ 19 ਦੇ ਅਨੁਸਾਰ ਆਰਟੀਕਲ 31A ਨੂੰ ਸੀਮਿਤ ਨਹੀਂ ਕੀਤਾ ਜਾ ਸਕਦਾ। ਵੀ ਜਿਹੜਾ ਕੁਛ ਆਰਟੀਕਲ 31A ਦੇ ਵਿੱਚ ਅਸੀਂ ਕਹਿਤਾ ਵੀ ਚਾਹੇ ਤਾਂ 14 ਆਰਟੀਕਲ ਆ ਜਿਹ 'ਚ ਇਕੁਅਲਟੀ ਆ, ਚਾਹੇ ਫਿਰ ਉਹ 'ਚ ਫਰੀਡਮ ਆ, ਦੋਨੇ ਨੇ ਜਿਹੜੇ ਵੀ ਉਹਨਾਂ ਦੇ ਅਨੁਸਾਰ ਤੁਸੀਂ 31A ਨੂੰ ਸੀਮਿਤ ਯਾਨੀ ਕਿ ਲਿਮਟਿਡ ਨਹੀਂ ਕਰ ਸਕਦੇ, ਇਹ ਉਹਨਾਂ ਦੇ ਉੱਪਰ ਦੀ ਰਹੂਗਾ। ਤਾਂ ਪਹਿਲੀ ਅਮੈਂਡਮੈਂਟ ਕਰਕੇ ਇੱਕ ਤਾਂ ਇਹ ਐਡ ਕਰਤਾ। ਅਤੇ ਦੂਸਰਾ 31B ਦੇ ਵਿੱਚ ਇਹਨਾਂ ਨੇ ਕੀ ਕਹਿਤਾ ਵੀ ਜਿਹੜੇ ਕਾਨੂੰਨ ਅਸੀਂ 9ਵੀਂ ਅਨੁਸੂਚੀ ਦੇ ਵਿੱਚ ਰੱਖ ਦਾਂਗੇ, ਫੰਡਾਮੈਂਟਲ ਰਾਈਟ ਨੂੰ ਲੈ ਕੇ ਉਹਨਾਂ ਨੂੰ ਚੁਣੌਤੀ ਨਹੀਂ ਕੀਤੀ ਜਾ ਸਕਦੀ। ਇਹਦੇ 'ਚ ਫੰਡਾਮੈਂਟਲ ਰਾਈਟ ਵੇਸ 9ਵੀਂ ਅਨੁਸੂਚੀ ਹੈ ਜਿਹੜੀ, ਇਹ ਵੀ ਐਡ ਕੀਤੀ ਨੂੰ ਚੈਲੰਜ ਨਹੀਂ ਕਰ ਸਕਦੇ। ਅਤੇ ਇਹਦੇ 'ਚ ਇਹਨੇ ਕਹਿਤਾ 14 ਆਰਟੀਕਲ ਆ ਚਾਹੇ 19, ਅਤੇ ਮਤਲਬ ਇਹਨਾਂ ਦੀ ਕੋਈ ਵੀ ਆ ਜਿਹੜੀ ਇਹਨਾਂ ਦੇ ਨਾਲ ਸੀਮਿਤ ਨਹੀਂ ਕੀਤਾ ਜਾ ਸਕਦਾ ਆਰਟੀਕਲ 31A ਨੂੰ। ਬੱਚੇ ਆਹ ਦੇਖੋ, ਤੁਹਾਨੂੰ ਆਰਟੀਕਲ 31 ਦਾ ਬਿਲਕੁਲ ਕਲੀਅਰ ਹੋ ਗਿਆ। ਪਹਿਲੀ ਅਮੈਂਡਮੈਂਟ ਕੌਂਸਟੀਟਿਊਸ਼ਨਲ ਅਮੈਂਡਮੈਂਟ ਕਿਉਂ ਹੋਈ? ਕਿਉਂਕਿ ਜ਼ਮੀਨ ਦਾ ਰੌਲਾ ਸੀ, ਸਰਕਾਰ ਨੂੰ ਜ਼ਮੀਨ ਚਾਹੀਦੀ ਸੀ ਅਤੇ ਸਰਕਾਰ ਉਹਨਾਂ ਨੂੰ ਲੈਣਾ ਚਾਹੁੰਦੀ ਸੀ। ਪਰ ਦੈਟ ਟਾਈਮ ਸੰਵਿਧਾਨ ਨੇ ਸਾਨੂੰ ਰਾਈਟ ਟੂ ਪ੍ਰੋਪਰਟੀ ਪ੍ਰੋਵਾਈਡ ਕਰਵਾਇਆ ਹੋਇਆ ਸੀ। ਸੋ ਲੋਕ ਕਹਿੰਦੇ ਵੀ ਅਸੀਂ ਆਪਣੀ ਪ੍ਰੋਪਰਟੀ ਨਹੀਂ ਦੇਣੀ, ਸਾਡੇ ਕੋਲ ਪ੍ਰੋਪਰਟੀ ਰੱਖਣ ਦਾ ਸਾਡਾ ਫੰਡਾਮੈਂਟਲ ਰਾਈਟ ਸਾਡੇ ਕੌਂਸਟੀਟਿਊਸ਼ਨ ਨੇ ਸਾਨੂੰ ਦਿੱਤਾ ਹੋਇਆ। ਤਾਂ ਸਰਕਾਰ ਨੇ ਕਿਹਾ ਵੀ ਠੀਕ ਆ, ਜੇ ਆ ਗੱਲ ਆ ਤਾਂ ਫਿਰ ਅਸੀਂ ਨੂੰ ਕਿਹੜਾ ਘੱਟ ਕੁਛ ਆਉਂਦਾ। ਤਾਂ ਉਹਨਾਂ ਨੇ ਕੀ ਕੀਤਾ? ਅਮੈਂਡਮੈਂਟ ਕੀਤੀ ਅਤੇ ਬੜਾ ਆਸਾਨੀ ਦੇ ਨਾਲ ਰਾਈਟ ਟੂ ਪ੍ਰੋਪਰਟੀ ਦੇ ਵਿੱਚ 2 ਸਬ ਆਰਟੀਕਲ ਐਡ ਕਰਤੇ, 31A, 31B। 31A ਦੇ ਵਿੱਚ ਇਹਨਾਂ ਨੇ ਕਹਿਤਾ ਵੀ 14 ਅਤੇ 19 ਆਰਟੀਕਲ। 14 ਤੋਂ 19 ਕਿਉਂ ਕਿਹਾ ਆਪਾਂ? ਕਿਉਂਕਿ 14 ਦੇ ਵਿੱਚ ਬੱਚੇ ਤੁਹਾਨੂੰ ਇਕੁਅਲਟੀ ਆ, ਸਮਾਨਤਾ ਵਾਲੇ ਨੇ, ਅਤੇ 19 ਦੇ ਵਿੱਚ ਆਪਣਾ ਫਰੀਡਮ ਵਾਲਾ ਸੀ। ਅਤੇ ਉਹਨਾਂ ਦੇ ਵਿੱਚ ਮਤਲਬ ਕਿ ਇਹਨਾਂ ਨੇ ਕਹਿਤਾ ਵੀ ਉਹਨਾਂ ਦੇ ਨਾਲ 31A ਨੂੰ ਸੀਮਿਤ ਨਹੀਂ ਕਰ ਸਕਦੇ। ਅਤੇ ਜਿਹੜਾ 31B ਆ ਉਹਦੇ 'ਚ ਕਹਿਤਾ ਵੀ ਜਿਹੜੇ ਕਾਨੂੰਨ 9ਵੀਂ ਅਨੁਸੂਚੀ ਦੇ ਵਿੱਚ ਰੱਖ ਦਾਂਗੇ, ਉਹ ਫੰਡਾਮੈਂਟਲ ਰਾਈਟ ਦੇ ਬੇਸ 'ਤੇ ਉਹਨੂੰ ਤੁਸੀਂ ਚੁਣੌਤੀ ਨਹੀਂ ਦੇ ਸਕਦੇ। ਤਾਂ ਬੱਚੇ ਇਹ ਤਾਂ ਤੁਹਾਡੀ ਰਹੀ ਇੰਨੀ ਕੁ ਗੱਲਬਾਤ। ਇਸ ਤੋਂ ਬਾਅਦ ਦੂਸਰਾ ਕੁਐਸਚਨ ਦੇਖੋ। ਹੁਣ ਆਪਾਂ ਗੱਲ ਕਰੀਏ ਅੰਡਰ ਬਟ ਪ੍ਰੋਵੀਜ਼ਨ ਆਫ ਦਾ ਕੌਂਸਟੀਟਿਊਸ਼ਨ ਅਨਟੱਚੇਬਿਲਿਟੀ ਹੈਜ਼ ਬੀਨ ਐਬੋਲਿਸ਼ਡ। ਹੁਣ ਅਨਟੱਚੇਬਿਲਿਟੀ ਕੀ ਹੁੰਦੀ ਆ? ਮਤਲਬ ਕਿ ਸੂਆ ਸੂਤ ਜਾਂ ਫਿਰ ਸੂਤ ਸਾਤ ਆਪਾਂ ਕਹਿ ਦਿੰਦੇ ਨਾ, ਭੇਦਭਾਵ ਵਾਲਾ। ਅਤੇ ਉਹ ਸੀਗਾ ਸਿਸਟਮ, ਉਹ ਕਿਹੜੇ ਆਰਟੀਕਲ ਦੇ ਥਰੂ ਆ ਜਿਹੜਾ ਐਬੋਲਿਸ਼ ਯਾਨੀ ਕਿ ਖਤਮ ਕੀਤਾ ਗਿਆ? ਤਾਂ ਇਹਦੇ 'ਚ ਬੱਚੇ ਇਹਦਾ ਕਰੈਕਟ ਆਨਸਰ ਹੈਗਾ C ਆਪਸ਼ਨ, ਬਿਲਕੁਲ ਕਰੈਕਟ ਆਨਸਰ ਆ। ਵੀ ਆਰਟੀਕਲ 17 ਦੇ ਅਕੋਰਡਿੰਗਲੀ ਇਹ ਵਾਲਾ ਚੀਜ਼ ਸੀਗਾ ਜਿਹੜਾ ਉਹ ਖਤਮ ਕਰ ਦਿੱਤਾ ਗਿਆ। ਦੇਖੋ ਬੱਚੇ, ਹੁਣ ਆਪਾਂ ਗੱਲ ਕਰੀਏ ਫੰਡਾਮੈਂਟਲ ਰਾਈਟ ਦੇ ਬਾਰੇ ਜਿਹੜੇ ਇੰਪੋਰਟੈਂਟ ਕੇਸ ਸੀਗੇ।
ਹੁਣ ਇੰਪੋਰਟੈਂਟ ਕੇਸ ਕਿਹੜੇ ਆ, ਪਹਿਲਾਂ ਤੁਸੀਂ ਯਾਦ ਰੱਖਣਾ ਰਮੇਸ਼ ਥਾਪਰ ਵਾਲਾ। ਰਮੇਸ਼ ਥਾਪਰ ਇਹ ਕਿਹਦੇ ਨਾਲ ਸੀਗਾ, ਮਦਰਾਸ 'ਚ। ਰਮੇਸ਼ ਥਾਪਰ ਵਰਸਸ ਮਦਰਾਸ। ਤਾਂ ਮਤਲਬ ਇਹਦੇ 'ਚ ਕੀ ਸੀ, ਆਰਟੀਕਲ 19A ਦੇ ਅਧੀਨ ਕੀਤਾ ਗਿਆ ਸੀ। ਇਹ ਕਾਹਦੇ ਅਧੀਨ ਕਰਿਆ ਗਿਆ ਸੀ ਕੇਸ, ਕਾਹਦੇ, ਆਰਟੀਕਲ 19 ਦਾ 1 ਅੱਗੇ ਏ, ਇਹਦੇ ਅਕੋਰਡਿੰਗਲੀ ਇਹ ਵਾਲਾ ਕੇਸ ਕੀਤਾ ਗਿਆ ਸੀ, ਕਿਉਂਕਿ ਪਾਲਿਸੀ ਦੇ ਖਿਲਾਫ ਸੀਗਾ। ਜਿਹੜੀ ਨਹਿਰੂ ਨੇ ਪਾਲਿਸੀ ਲੈ ਕੇ ਆਂਦੀ ਸੀ ਉਹਦੇ ਇਹ ਖਿਲਾਫ ਜਾਂਦਾ ਸੀਗਾ ਕੰਮ, ਠੀਕ ਆ, ਉਹਨਾਂ ਦਾ ਇਹਦੇ ਖਿਲਾਫ ਚੱਲਦਾ ਸੀ ਕੰਮ। ਸੋ ਇਹਦੇ ਅਕੋਰਡਿੰਗਲੀ ਜਿਹੜਾ ਕੇਸ ਸੀਗਾ ਉਹ ਕੀਤਾ ਗਿਆ ਸੀ। ਸੋ ਪਹਿਲਾ ਕੇਸ ਤੁਸੀਂ ਇਹ ਵਾਲਾ ਯਾਦ ਰੱਖਣਾ, ਇਹ ਇੰਨਾ ਇੰਪੋਰਟੈਂਟ ਹੈ ਨਹੀਂ, ਤਾਂ ਬੱਚੇ ਮੈਂ ਤੁਹਾਨੂੰ ਅੱਗੇ ਇਹਦੇ 'ਚ ਫੈਕਟ ਨਹੀਂ ਕਰਾ ਰਿਹਾ। ਇਸ ਤੋਂ ਬਾਅਦ ਦੂਸਰਾ ਕੇਸ ਤੁਸੀਂ ਯਾਦ ਰੱਖਣਾ ਚੰਪਾਕਨ ਦੁਰਾਈ ਰਾਜਨ, ਇਹ ਵੀ ਮਦਰਾਸ ਦਾ ਸੀ, ਠੀਕ ਆ। ਤਾਂ ਇਹਦੇ ਵਿੱਚ 1927 ਤੋਂ ਲੈ ਕੇ ਜਾਤੀ ਦੇ ਐਕਟ ਵਾਲੇ ਆਧਾਰ 'ਤੇ ਨੌਕਰੀਆਂ ਦੇ ਖਿਲਾਫ ਸੀਗਾ, ਮਤਲਬ ਕਿ ਜਾਤੀ ਦੇ ਬੇਸ 'ਤੇ ਨੌਕਰੀਆਂ ਦੇਈ ਜਾਂਦੇ ਹੋ ਤੁਸੀਂ, ਤਾਂ ਇਹ ਇਹਦੇ ਅਕੋਰਡਿੰਗਲੀ ਚੱਲ ਰਿਹਾ। ਇਸ ਤੋਂ ਬਾਅਦ ਆਇਆ ਸ਼ੰਕਰੀ ਪ੍ਰਸਾਦ ਕੇਸ। ਸ਼ੰਕਰੀ ਪ੍ਰਸਾਦ ਕੇਸ ਇਹ 1951 ਦਾ, ਇਹ ਵੀ ਸ਼ੰਕਰੀ ਪ੍ਰਸਾਦ ਕੇਸ ਆਇਆ ਸੀ। ਤਾਂ ਇੱਕ ਯਾਦ ਗੱਲ ਰੱਖਣੀ ਹੈ, ਇਹਦੇ 'ਚ ਕਿੰਨੇ ਜੱਜਾਂ ਦੀ ਬੈਂਚ ਬੈਠੀ ਆ, 5 ਜੱਜਾਂ ਦੀ ਬੈਂਚ ਬੈਠੀ ਸੀ। ਤਾਂ ਇਹਦੇ 'ਚ ਸੁਪਰੀਮ ਕੋਰਟ ਨੇ ਕਿਹਾ ਕਿ ਸੰਵਿਧਾਨ ਦੇ ਆਰਟੀਕਲ 13(3) ਦੇ ਵਿੱਚ ਲਾਅ ਤਾਂ ਹੈਗਾ, ਅਸੀਂ ਉਹ ਦੇਖ ਸਕਦੇ ਹਾਂ, ਠੀਕ ਆ, ਪਰ ਅਮੈਂਡਮੈਂਟ ਤਾਂ ਉਹਦੇ 'ਚ ਲਿਖਿਆ ਹੀ ਨਹੀਂ ਹੈਗਾ, ਅਤੇ ਸਰਕਾਰ ਕੌਂਸਟੀਟਿਊਸ਼ਨਲ ਅਮੈਂਡਮੈਂਟ ਕਰ ਸਕਦੀ ਆ। ਤਾਂ ਹੁਣ ਦੇਖੋ ਆ ਗਿਆ ਨਾ ਬੱਚੇ, ਸ਼ੰਕਰੀ ਪ੍ਰਸਾਦ ਕੇਸ ਵੈਰੀ ਇੰਪੋਰਟੈਂਟ ਕਿਉਂ ਆ, ਕਿਉਂਕਿ ਇਹਦੇ 'ਚ ਸੁਪਰੀਮ ਕੋਰਟ ਨੇ ਕੀ ਕਿਹਾ ਕਿ ਸੰਵਿਧਾਨ ਦੇ ਵਿੱਚ ਲਾਅ ਹੈਗਾ, ਮੰਨੀ ਗੱਲ, ਲਾਅ ਨੂੰ ਅਸੀਂ ਦੇਖਾਂਗੇ, ਪਰ ਉਹਦੇ ਵਿੱਚ ਕੌਂਸਟੀਟਿਊਸ਼ਨਲ ਅਮੈਂਡਮੈਂਟ ਦਾ ਸ਼ਬਦ ਕਿਤੇ ਮੈਂਸ਼ਨ ਹੀ ਹੈ ਨਹੀਂ ਗਾ, ਤਾਂ ਅਸੀਂ ਇਹਨੂੰ ਕਿਵੇਂ ਦੇਖੀਏ। ਤਾਂ ਕਰਕੇ ਇਹਨੇ ਕਿਹਾ ਵੀ ਸਰਕਾਰ ਆ ਜਿਹੜੀ ਵੀ ਉਹ ਇਹਦੇ 'ਚ ਅਮੈਂਡਮੈਂਟ ਕਰ ਸਕਦੀ ਹੈ, ਕਿਉਂਕਿ ਆਰਟੀਕਲ 13(3) ਦੇ ਵਿੱਚ ਕੌਂਸਟੀਟਿਊਸ਼ਨਲ ਅਮੈਂਡਮੈਂਟ ਦੇ ਵਿੱਚ ਕਿਤੇ ਵੀ ਪਾਬੰਦੀ ਜਾਂ ਫਿਰ ਰੋਕਥਾਮ ਕੋਈ ਨਹੀਂ ਹੈਗੀ, ਉਹਦੇ 'ਚ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ ਕਿਤੇ ਵੀ ਨਹੀਂ ਦੱਸਿਆ ਹੋਇਆ। ਸੋ ਸਰਕਾਰ ਜਦੋਂ ਚਾਹੇ ਇਹ ਕੀ ਕਰ ਸਕਦੀ ਆ, ਸਰਕਾਰ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ ਲਿਆ ਸਕਦੀ ਆ। ਅੱਛਾ ਦੇਖੋ ਆਹ ਚੀਜ਼ ਤਾਂ ਤੁਹਾਨੂੰ ਕਲੀਅਰ ਹੋ ਗਈ ਨਾ, ਸ਼ੰਕਰੀ ਪ੍ਰਸਾਦ ਕੇਸ 1951 ਅਤੇ ਆਰਟੀਕਲ 13 ਦੇ ਨਾਲ ਕਿਵੇਂ ਇੰਟਰਲਿੰਕ ਹੁੰਦੀ ਹੈ ਇਹ ਚੀਜ਼। ਮੈਂ ਤੁਹਾਨੂੰ 13 ਦੇ ਵਿੱਚੋਂ ਸਬ ਕਲੌਜ਼ 3 ਵੈਰੀ ਇੰਪੋਰਟੈਂਟ ਕਰਵਾਇਆ ਸੀ, ਕਿਉਂਕਿ ਉਹਦੇ ਨਾਲ ਅੱਗੇ ਸਟੇਟਮੈਂਟ ਵਾਲੇ ਜੇ ਤੁਹਾਨੂੰ ਕੁਐਸਚਨ ਬਣਨਗੇ ਤਾਂ ਉਦੋਂ ਤੁਹਾਨੂੰ ਉਹ ਚੀਜ਼ ਯਾਦ ਆਊਗੀ ਕਿ ਬਾਕੀ ਕਿਸੇ ਸਰ ਨੇ, ਕਿਸੇ ਟੀਚਰ ਨੇ ਸਾਨੂੰ ਆਹ ਵਾਲੀ ਚੀਜ਼ ਕਰਵਾਈ ਸੀ, ਸੋ ਸਾਨੂੰ ਹੁਣ ਇੱਥੇ ਇਹ ਕੰਮ ਆ ਰਹੀ ਆ। ਤਾਂ ਸ਼ੰਕਰੀ ਪ੍ਰਸਾਦ ਕੇਸ ਬਿਲਕੁਲ ਤੁਹਾਨੂੰ ਕਲੀਅਰ ਹੋਊਗਾ। ਇਸ ਤੋਂ ਬਾਅਦ ਆਉਂਦਾ ਬੱਚੇ ਸੱਜਣ ਸਿੰਘ ਕੇਸ। ਤਾਂ ਹੋਰ ਵੀ ਬਹੁਤ ਨੇ ਪਰ ਆਪਾਂ ਇੰਪੋਰਟੈਂਟ ਜਿਹੀ ਕਰਨੇ ਆ। ਸੱਜਣ ਸਿੰਘ ਇਹ ਕੇਸ ਆਇਆ ਸੀ 1965 ਦੇ ਵਿੱਚ, ਬਸ ਇਹਦੇ 'ਚ ਇੰਨੇ ਕਿ ਯਾਦ ਰੱਖੋ ਤੁਸੀਂ। ਸੱਜਣ ਸਿੰਘ ਕੇਸ ਆਇਆ ਸੀ, ਇਹਦੇ 'ਚ ਵੀ 5 ਜੱਜਾਂ ਦੀ ਬੈਂਚ ਹੀ ਬੈਠੀ ਸੀ। ਤਾਂ ਇਹਦੇ 'ਚ ਫਿਰ ਸਰਕਾਰ ਸੁਪਰੀਮ ਕੋਰਟ ਨੇ ਉਹੀ ਕੁਛ ਕਿਹਾ ਵੀ ਉਹਦੇ 'ਚ ਲਾਅ ਤਾਂ ਹੈਗਾ, ਵੀ ਮਤਲਬ ਕਿ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ ਹੈ ਨਹੀਂ ਗਾ, ਸੋ ਸਰਕਾਰ ਜੇ ਚਾਹੇ ਤਾਂ ਉਹਦੇ 'ਚ ਇਹ ਕਰ ਸਕਦੀ ਆ। ਫਿਰ ਇਸ ਤੋਂ ਬਾਅਦ ਆਉਂਦਾ ਗੋਲਖਨਾਥ ਬੱਚੇ, ਇਹਦੇ 'ਚੋਂ ਇਹ ਆਪਣੇ ਪੰਜਾਬ ਦਾ ਹੀ ਸੀਗਾ ਵੈਸੇ ਤਾਂ, ਗੋਲਖਨਾਥ ਵਰਸਸ ਪੰਜਾਬ। ਇਹ ਕੇਸ ਸੀਗਾ 1967 ਦਾ। ਮਤਲਬ ਇਹਦੇ 'ਚ ਕੀ ਸੀਗਾ, ਇਹ ਵੀ ਜ਼ਮੀਨ ਨੂੰ ਲੈ ਕੇ ਸੀਗਾ। ਦੋ ਭਰਾ ਸੀਗੇ ਹੈਨਰੀ ਅਤੇ ਵਿਲੀਅਮ, ਉਹਨਾਂ ਦੇ ਕੋਲੇ ਕਾਫੀ ਜ਼ਿਆਦਾ ਜ਼ਮੀਨ ਸੀ, ਜਾਣੀ ਕਿ 500 ਏਕੜ ਜ਼ਮੀਨ ਸੀਗੀ। ਤਾਂ ਸਰਕਾਰ ਨੇ ਕਿਹਾ ਵੀ ਤੁਸੀਂ 30 ਏਕੜ ਜ਼ਮੀਨ ਰੱਖ ਲਓ, ਬਾਕੀ ਅਸੀਂ ਸਾਰੀ ਜ਼ਮੀਨ ਵੰਡਣੀ ਆ। ਤਾਂ ਇਹਦੇ 'ਚ ਬਣੀ ਸੀ 11 ਜੱਜਾਂ ਦੀ ਬੈਂਚ, 11 ਜੱਜਾਂ ਦੀ ਬੈਂਚ ਬਣੀ ਸੀ, ਅਤੇ 6-5 ਨਾਲ ਇਹਦਾ ਰੇਸ਼ੋ ਦਾ ਨਾਲ ਫੈਸਲਾ ਹੋ ਗਿਆ ਸੀਗਾ, ਠੀਕ ਆ। ਤਾਂ ਹੁਣ ਇਹ ਇੰਪੋਰਟੈਂਟ ਕਿਉਂ ਆ, ਸੁਪਰੀਮ ਕੋਰਟ ਨੇ ਇਹਦੇ 'ਚ ਕੀ ਕਿਹਾ, ਆਪਾਂ ਨੂੰ ਤਾਂ ਸੁਪਰੀਮ ਕੋਰਟ ਦੀ ਮੇਨ ਜੱਜਮੈਂਟ ਹੁੰਦੀ ਹੈ ਜਿਹੜੀ ਬੱਚੇ, ਉਹਦੇ ਤੱਕ ਮਤਲਬ ਹੁੰਦਾ। ਤਾਂ ਇਹਦੇ 'ਚ ਸੁਪਰੀਮ ਕੋਰਟ ਦਾ ਕੀ ਸਟੈਂਡ ਸੀ, ਸੁਪਰੀਮ ਕੋਰਟ ਨੇ ਇਹਦੇ ਵਿੱਚ ਕਿਹਾ ਕਿ ਫੰਡਾਮੈਂਟਲ ਰਾਈਟਸ ਚੇਂਜ ਨਹੀਂ ਹੋ ਸਕਦੇ, ਜਦ ਕਿ ਪਹਿਲਾਂ ਸਰਕਾਰ ਸਾਫ਼ ਕਹਿ ਰਹੀ ਸੀ, ਸੁਪਰੀਮ ਕੋਰਟ ਕਹਿ ਰਹੀ ਸੀ ਵੀ ਮਤਲਬ ਕਿ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ 13(3) ਦੇ ਵਿੱਚ ਮੈਂਸ਼ਨ ਹੈ ਨਹੀਂ, ਅਤੇ ਹੁਣ ਕਿਹਾ ਵੀ ਮਤਲਬ ਕਿ ਫੰਡਾਮੈਂਟਲ ਰਾਈਟ ਨੇ ਜਿਹੜੇ ਚੇਂਜ ਉਹ ਨਹੀਂ ਹੋ ਸਕਦੇ। ਤਾਂ ਬੱਚੇ ਗੋਲਖਨਾਥ ਬਸ ਪੰਜਾਬ ਗਵਰਨਮੈਂਟ ਜ਼ਮੀਨ ਨੂੰ ਲੈ ਕੇ ਦੋ ਭਾਈਆਂ ਦਾ ਰੌਲਾ ਸੀਗਾ, ਤਾਂ ਇਹ ਤੁਹਾਨੂੰ ਕਲੀਅਰ ਹੈ ਇਹਦੇ 'ਚ ਵੀ। ਫਿਰ ਇਸ ਤੋਂ ਬਾਅਦ ਆਉਂਦਾ ਇੱਕ ਵੈਰੀ ਇੰਪੋਰਟੈਂਟ ਕੇਸ ਆ ਜਿਹੜਾ ਕਿ ਤੁਹਾਨੂੰ ਕੇਸਵਾਨੰਦ, ਇਹ ਸੀਗਾ ਸੌਰੀ ਬੱਚੇ ਬਸ ਕੇਰਲਾ, ਠੀਕ ਆ। ਇਹ ਕਿੱਥੋਂ ਦਾ ਸੀ, ਪਹਿਲਾਂ ਮੈਂ ਅਰੇਜ਼ ਹੀ ਕਰ ਦਿੰਦਾ, ਕੇਸਵਾਨੰਦ ਕੇਸ ਇਹ ਸੀਗਾ ਕੇਰਲਾ ਦਾ। ਪਹਿਲਾਂ ਤਾਂ ਤੁਹਾਨੂੰ ਬੱਚੇ ਪਤਾ ਹੋਣਾ ਚਾਹੀਦਾ ਵੀ ਇਹ ਹੈ ਜ਼ਮੀਨ ਦੇ ਨਾਲ ਰਿਲੇਟਡ ਆ, ਬਟ ਇਹ ਕਿਹੜੀ ਅਮੈਂਡਮੈਂਟ ਦੇ ਖਿਲਾਫ ਸੀਗਾ, ਇਹ ਗੱਲ ਇੰਪੋਰਟੈਂਟ ਹੈ ਇੱਥੇ। ਕਿਹੜੀ ਅਮੈਂਡਮੈਂਟ, ਇੱਕ ਤਾਂ 24ਵੀਂ, 25ਵੀਂ, 26ਵੀਂ, 29ਵੀਂ ਜਿਹੜੀਆਂ ਕੌਂਸਟੀਟਿਊਸ਼ਨ ਅਮੈਂਡਮੈਂਟ ਐਕਟਾਂ ਹੋਈਆਂ ਅਤੇ ਇਹ ਸੋਧਾਂ ਹੋਈਆਂ, ਇਹਨਾਂ ਦੇ ਇਹ ਖਿਲਾਫ ਸੀਗਾ ਇਹ ਵਾਲਾ ਕੇਸ। ਤਾਂ ਹੁਣ ਇਹਦੇ 'ਚ ਇਹ ਕਿਹੜੇ ਆਰਟੀਕਲ ਦੇ ਅਧੀਨ ਕੀਤਾ ਗਿਆ ਸੀ, ਇਹ ਅਧੀਨ ਕੀਤਾ ਗਿਆ ਸੀ ਆਰਟੀਕਲ 26। ਹੁਣ ਆਰਟੀਕਲ 26 ਕਾਹਦੇ 'ਚ ਆਉਂਦਾ, ਉਹ ਸਾਡਾ ਰਿਲੀਜੀਅਸ ਮਤਲਬ ਕਿ ਧਾਰਮਿਕ ਮਸਲਿਆਂ ਦੇ ਵਿੱਚ ਆ ਜਾਂਦਾ। ਤਾਂ ਹੁਣ ਇਹ ਕਿਵੇਂ ਕੀਤਾ, ਕਿਉਂਕਿ ਜਿਹੜੀ ਕੇਰਲਾ ਗਵਰਨਮੈਂਟ ਸੀ ਨਾ,
ਤਾਂ ਉਹ ਇਹਨਾਂ ਦੀ ਜਿਹੜੀ ਮਤਲਬ ਕਿ ਕੇਸਵਾਨੰਦ ਸੀਗੇ, ਇਹਨਾਂ ਦੀ ਜ਼ਮੀਨ ਸੀਗੀ ਜਿਹੜੀ ਡੇਰੇ ਦੀ, ਉਹ ਜ਼ਮੀਨ ਨੂੰ ਲੈ ਰਹੇ ਸੀ। ਔਰ ਇਹ ਕੇਸ ਸੀਗਾ 1973 ਦਾ। ਤਾਂ ਜਦੋਂ ਇਹਦੇ 'ਚੋਂ ਜ਼ਮੀਨ ਲੈ ਰਹੇ ਸੀ, ਸੋ ਇਹਦੇ 'ਤੇ ਫਿਰ ਇਹ ਮਾਮਲਾ ਕਾਫੀ ਖਿੱਚਿਆ ਤਣਿਆ ਗਿਆ। ਤਾਂ ਇਹਦੇ 'ਚ ਸਭ ਤੋਂ ਵੱਡੀ ਬੈਂਚ ਬਣੀ ਸੀ 13 ਜੱਜਾਂ ਦੀ। 13 ਜੱਜਾਂ ਦੀ ਬੈਂਚ ਬਣੀ ਔਰ ਇਹਦੇ 'ਚ 7/6 ਦੇ ਨਾਲ ਫੈਸਲਾ ਆਇਆ। ਤਾਂ ਹੁਣ ਦੇਖੋ ਬੱਚੇ, ਜਿਹੜੇ ਆਹ ਵਾਲੇ ਸੇ ਸੀਗੇ, ਇਹ ਤਾਂ ਸੀਗੇ ਬਾਕੀ ਜਿਵੇਂ ਕਿ ਜੱਜ ਸੁਪਰੀਮ ਕੋਰਟ ਸੀਗੇ, ਜਿਹੜਾ ਜੱਜਮੈਂਟ ਆਈ ਤਾਂ ਉਹਦੇ ਮਤਲਬ ਕਿ ਬਾਕੀ ਇੱਧਰ ਸੀ, ਦੂਸਰੇ ਸੇ ਓਪੋਜਿਟ ਸਾਈਡ ਸੀ। ਤਾਂ ਹੁਣ ਆਹ ਵਾਲੇ ਜਿਹੜੇ ਸੇ ਸੀਗੇ, ਇਹਨਾਂ ਦੇ ਵਿੱਚੋਂ ਉਦੋਂ ਇੰਦਰਾ ਗਾਂਧੀ ਦੀ ਸਰਕਾਰ ਸੀ, ਤਾਂ ਇਹਨਾਂ ਦੇ ਵਿੱਚੋਂ ਇੱਕ ਸੀਗੇ A.N. ਰॉय। ਤਾਂ ਹੁਣ A.N. ਰॉय ਸੀਗੇ ਜਿਹੜੇ, ਤਾਂ ਇਹਨਾਂ ਨੂੰ ਚੀਫ ਜਸਟਿਸ ਬਣਾ ਦਿੱਤਾ ਗਿਆ। ਹੁਣ ਇਹਦਾ ਆਪਾਂ ਨੂੰ ਵੀ ਪਤਾ ਵੀ ਚੀਫ ਜਸਟਿਸ ਸਭ ਤੋਂ ਸੀਨੀਅਰ ਜੱਜ ਬਣਦਾ ਸੀ, ਪਰ ਇਹਨਾਂ ਤੋਂ ਬਿਨਾਂ ਹਜੇ 3 ਜੱਜ ਹੋਰ ਸੀਨੀਅਰ ਮੋਸਟ ਬੈਠੇ ਸੀ, ਬਟ ਉਹਨਾਂ ਦੇ ਹੁੰਦੇ ਹੋਏ ਵੀ A.N. ਰॉय ਨੂੰ ਕੀ ਬਣਾ ਦਿੱਤਾ ਗਿਆ, ਚੀਫ ਜਸਟਿਸ ਆਫ ਇੰਡੀਆ ਬਣਾ ਦਿੱਤਾ ਗਿਆ। ਫਿਰ ਇਸ ਤੋਂ ਬਾਅਦ ਜਦੋਂ 1775 ਤੋਂ ਲੈ ਕੇ 77 ਤੱਕ ਐਮਰਜੈਂਸੀ ਲੱਗੀ, ਤਾਂ A.N. ਰॉय ਨੇ ਦੁਬਾਰੇ ਇਹ ਵਾਲਾ ਕੇਸ ਓਪਨ ਕੀਤਾ ਅਤੇ ਤਕਰੀਬਨ 2-3 ਦਿਨ ਇਹ ਕੇਸ 'ਤੇ ਦੁਬਾਰੇ ਸਮੀਖਿਆ ਕੀਤੀ ਗਈ ਇਹਦੀ, ਪਰ ਫੈਸਲਾ ਸਹੀ ਪਾਇਆ ਗਿਆ ਕਿ ਮਤਲਬ ਕਿ ਜੋ ਕੀਤਾ ਗਿਆ ਠੀਕ ਆ। ਆਹ ਬੱਚੇ ਤੁਹਾਨੂੰ ਇੰਨੀ ਕੁ ਗੱਲ ਕਲੀਅਰ ਹੋ ਗਈ, ਅਤੇ ਮੈਂ ਹੁਣ ਇਹਦੇ ਨਾਲ ਦਾ ਬਾਕੀ ਫੈਕਟ ਆ ਜਿਹੜਾ ਉਹ ਇੱਥੇ ਰੱਖਦਾ। ਜਦੋਂ ਫਿਰ ਦੁਬਾਰੇ ਉਹਦਾ ਫੈਸਲਾ ਕੀਤਾ ਗਿਆ, ਫਿਰ ਇਸ ਤੋਂ ਬਾਅਦ 24ਵੀਂ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ 1971 ਸੀ ਜਿਹੜਾ, ਤਾਂ ਸੁਪਰੀਮ ਕੋਰਟ ਨੇ ਕਹਿਤਾ ਵੀ ਇਹ ਵਾਲੀ ਬਿਲਕੁਲ ਠੀਕ ਆ ਅਤੇ ਕਿਸੇ ਵੀ ਭਾਗ ਦੇ ਵਿੱਚ ਬਦਲਾਅ ਕਰ ਸਕਦਾ। ਇੱਥੇ ਕੀ ਕਿਹਾ, ਸੰਸਦ ਜਾਣੀ ਕਿ ਸਰਕਾਰ ਕਿਸੇ ਵੀ ਭਾਗ ਵਿੱਚ ਬਦਲਾਵ ਕੀਤਾ ਜਾ ਸਕਦਾ। ਬੱਚੇ ਇਹਨਾਂ ਨੂੰ ਮੈਂ ਤੁਹਾਨੂੰ ਜ਼ਿਆਦਾ ਤਾਂ ਜ਼ੋਰ ਦੇ ਕੇ ਸਮਝਾ ਰਿਹਾ, ਨਹੀਂ ਆਪਾਂ 15-20 ਮਿੰਟ ਦੇ ਵਿੱਚ ਮੈਂ ਤੁਹਾਨੂੰ ਸਾਰੇ ਆਰਟੀਕਲ ਕਰਵਾ ਕੇ ਪਰੇ ਕਰ ਦਿੰਦਾ। ਮੇਰੇ ਬਾਅਦ ਤੁਹਾਨੂੰ 10-15 MCQ ਕਰਵਾਤੇ, 1-2 ਫੈਕਟ ਦੱਸਤੇ ਵੀ 14 ਇਕੁਅਲਟੀ ਦੇ ਵਿੱਚ 14 ਤੋਂ 18, 14, 15, 16, 17 ਬਾਰੇ ਦੱਸਦਾ। ਪਰ ਆ ਜਿਹੜੇ ਇੰਪੋਰਟੈਂਟ ਸਟੇਟਮੈਂਟ ਵਾਲੇ ਕੁਐਸਚਨ ਬਣਨੇ ਆ ਜਾਂ ਫਿਰ ਇਹਦੇ ਵਿੱਚੋਂ ਫੈਕਟ ਕਿੱਥੋਂ ਆ ਜੇ ਬੱਚੇ, ਉਹ ਚੀਜ਼ ਤੁਹਾਨੂੰ ਫਿਰ ਕਲੀਅਰ ਨਾ ਹੋਈ ਹੈ ਨਾ, ਫਿਰ ਤਾਂ ਪੜ੍ਹਾਉਣ ਦਾ ਅਤੇ ਤੁਹਾਡਾ ਪੜ੍ਹਨ ਦਾ ਕੋਈ ਫਾਇਦਾ ਨਹੀਂ ਰਹਿੰਦਾ। ਤਾਂ 24ਵੀਂ ਅਮੈਂਡਮੈਂਟ 1971 ਦੇ ਵਿੱਚ ਇਹਨੇ ਸੰਸਦ ਨੇ ਸੁਪਰੀਮ ਕੋਰਟ ਨੇ ਕਹਿਤਾ ਵੀ ਬਿਲਕੁਲ ਠੀਕ ਆ, ਅਤੇ ਸੰਸਦ ਕਿਸੇ ਵੀ ਭਾਗ ਦੇ ਵਿੱਚ ਬਦਲਾਅ ਆ ਜਿਹੜਾ ਉਹ ਕਰ ਸਕਦੀ ਆ। ਪਰ ਇੱਥੇ ਸਰਕਾਰ ਨੇ ਕਹਿਤਾ ਵੀ ਇੱਕ ਬੇਸਿਕ ਉਹ ਜੋ ਸੁਪਰੀਮ ਕੋਰਟ ਨੇ ਕਿਹਾ ਜੁਡੀਸ਼ਰੀ ਨੇ ਵੀ ਜਿਹੜਾ ਬੇਸਿਕ ਸਟਰਕਚਰ ਆ ਨਾ, ਇਹਦੇ 'ਚ ਤਬਦੀਲੀ ਨਹੀਂ ਹੋ ਸਕਦੀ। ਠੀਕ ਆ, ਬੇਸਿਕ ਸਟਰਕਚਰ ਕੀ ਆ ਆਪਣਾ, ਜਿਹੜਾ ਕੁਛ ਪ੍ਰੈਂਬਲ ਦੇ ਵਿੱਚ ਜਿਵੇਂ ਤਾਂ ਦੱਸਿਆ ਹੋਇਆ ਉਹ ਸਾਡਾ ਕੀ ਆ, ਇੱਕ ਬੇਸਿਕ ਸਟਰਕਚਰ ਆ। ਅਤੇ ਫਿਰ ਦੇਖੋ ਬੱਚੇ, ਇਹ ਤੋਂ ਬਾਅਦ ਅਗਲੇ ਕੇਸ ਤੱਕ ਜਦੋਂ ਹੁਣ ਜਿਹੜਾ ਜਿਹਨੂੰ ਲੈ ਕੇ ਫੰਡਾਮੈਂਟਲ ਰਾਈਟ ਨੂੰ ਅਗਲਾ ਕੇਸ ਆਊਗਾ, ਉਦੋਂ ਨੂੰ ਨਾਲੇ ਦਾ ਇੱਕ ਹੋਊਗੀ 42ਵੀਂ ਕੌਂਸਟੀਟਿਊਸ਼ਨਲ ਅਮੈਂਡਮੈਂਟ 1976, ਇਹ ਵਾਲੀ ਹੋਊਗੀ, ਇਸ ਨੂੰ ਅਸੀਂ ਮਿੰਨੀ ਕੌਂਸਟੀਟਿਊਸ਼ਨ ਕਹਿ ਦਿੰਦੇ ਹਾਂ। ਅਤੇ ਨਾਲ ਹੀ ਉਦੋਂ ਤੱਕ ਕੀ ਲੱਗ ਚੁੱਕੀ ਸੀ, ਐਮਰਜੈਂਸੀ 20 ਲੱਗ ਚੁੱਕੀ ਆ। ਠੀਕ ਆ, ਅਤੇ ਨਾਲ ਹੀ ਇਸ ਤੋਂ ਬਾਅਦ ਨੌਨ ਕਾਂਗਰਸ ਮੁਰਾਰਜੀ ਦੇਸਾਈ ਦੀ ਸਰਕਾਰ ਵੀ ਬਣ ਜੂਗੀ। ਠੀਕ ਆ, ਤਾਂ ਮੁਰਾਰਜੀ ਦੇਸਾਈ PM ਬਣ ਗਏ ਜਨਤਾ ਦਲ ਦੇ। ਬੱਚੇ ਆਹ ਪੁਆਇੰਟ ਧਿਆਨ ਨਾਲ ਸੁਣਿਓ, ਅੱਗੇ ਇੱਕ ਕਿਸੇ ਕੁਐਸਚਨ ਦੇ ਵਿੱਚ ਆਊਗਾ। ਤਾਂ ਇਹ ਜਨਤਾ ਦਲ ਦੇ PM ਬਣ ਗਏ, ਯਾਨੀ ਕਿ ਇਹ ਨੌਨ ਕਾਂਗਰਸ ਪਾਰਟੀ ਆ ਬਣੂਗੀ। ਅਤੇ ਇਹ ਵਾਲੇ ਲੈ ਕੇ ਆਉਣਗੇ 44ਵੀਂ ਅਮੈਂਡਮੈਂਟ 1978, ਜਿਹੜੀ ਕਿ ਕਾਫੀ ਸਾਰੇ ਉਹਨਾਂ ਦੇ ਵਿਰੋਧੀ ਹੋਣ ਕਰਕੇ ਉਹਨਾਂ ਦੇ ਜਿਹੜੇ ਐਕਟ ਨੇ, ਜਿਹੜੀ ਉਹਨਾਂ ਨੇ ਸੋਧਾਂ ਕੀਤੀਆਂ ਸੀ, ਉਹ ਸਾਰੀਆਂ ਸੋਧਾਂ ਨੂੰ ਦੁਬਾਰਾ ਤੋਂ ਇਹ ਕੀ ਕਰਨਗੇ, ਚੇਂਜ ਕਰ ਦੇਣਗੇ। ਇੰਨੀ ਗੱਲ ਕਲੀਅਰ ਹੋ ਗਈ। ਕਿਉਂਕਿ ਪਹਿਲਾਂ ਉਹ ਕਾਂਗਰਸ ਨੇ ਕੀਤੀਆਂ ਸੀ, ਸੋ ਇਹਨਾਂ ਦੀ ਸੋਚ ਉਹਨਾਂ ਦੇ ਨਾਲ ਨਹੀਂ ਮਿਲਦੀ ਸੀ। ਬੱਚੇ ਦੇਖੋ, ਇਸ ਤੋਂ ਬਾਅਦ ਮੇਨਕਾ ਗਾਂਧੀ ਵਾਲਾ ਕੇਸ ਕਰਾਂਗੇ। ਕਿਉਂਕਿ ਕਾਂਗਰਸ ਵਿਰੋਧੀ ਹੋਣ ਕਰਕੇ ਜਿਹੜੀ ਮੁਰਾਰਜੀ ਦੇਸਾਈ ਗਵਰਨਮੈਂਟ ਸੀ, ਇਹ ਕਾਂਗਰਸ ਦੇ ਵਿਰੋਧੀ ਸੀ, ਸੋ ਇਹਨਾਂ ਨੇ ਮੇਨਕਾ ਗਾਂਧੀ ਕਾਂਗਰਸ ਦੇ ਸੀ, ਤਾਂ ਮੇਨਕਾ ਗਾਂਧੀ 'ਤੇ ਪਾਬੰਦੀ ਲਾਤੀ ਵੀ ਉਹ ਮਤਲਬ ਕਿ ਬਾਹਰ ਨਹੀਂ ਜਾ ਸਕਦੇ। ਤਾਂ ਮੇਨਕਾ ਗਾਂਧੀ ਨੇ ਕਿਹਾ ਸੀ ਕਿ ਉਹਨਾਂ ਨੂੰ ਕਿਹਾ ਵੀ ਸਰੈਂਡਰ ਕਰ ਦਿਓ ਆਪਦਾ ਪਾਸਪੋਰਟ। ਤਾਂ ਉਹਨਾਂ ਨੇ ਕਾਰਨ ਪੁੱਛ ਲਿਆ ਵੀ ਰਿਟਨ 'ਚ ਸਾਨੂੰ ਜਵਾਬ ਮਿਲਣਾ ਚਾਹੀਦਾ, ਤਾਂ ਕਿਉਂ? ਤਾਂ ਇਹਨਾਂ ਨੇ ਰਿਟਨ ਦੇ ਵਿੱਚ ਕੋਈ ਜਵਾਬ ਉਹਨਾਂ ਨੂੰ ਨਹੀਂ ਦਿੱਤਾ, ਸੋ ਉਹਨਾਂ ਨੇ ਸੁਪਰੀਮ ਕੋਰਟ ਕੋਲ ਗਏ। ਬਾਕੀ ਬੱਚੇ ਜਿਹੜੀ ਇਹ ਕੇਸ ਦੀ ਗੱਲਬਾਤ ਹੋਊਗੀ ਉਹਨੂੰ ਆਪਾਂ ਕੱਲ੍ਹ ਨੂੰ ਕਰਾਂਗੇ। ਇਹ ਨਾ ਕਿਹੋ ਵੀ ਅੱਜ ਸਿਰਫ 2 MCQ ਕੀਤੇ ਆ ਬੱਚੇ, 2 ਦੇ ਵਿੱਚੋਂ ਤੁਹਾਨੂੰ ਆਪਾਂ ਤਕਰੀਬਨ ਇਹ ਸਮਝੋ ਵੀ ਤੁਹਾਡੇ 25 ਤੋਂ 30 MCQ ਨੇ ਜਿਹੜੇ ਨਾਲ ਆਪਾਂ ਕਵਰ ਕਰਵਾਤੇ। ਇੰਨੇ ਫੈਕਟ ਤੁਹਾਨੂੰ ਕਲੀਅਰ ਕਰਵਾਏ ਨੇ ਜਿਹੜੇ ਬਿਲਕੁਲ ਟੂ ਦਾ ਪੁਆਇੰਟ, ਔਰ ਪੂਰੀਆਂ ਕਿਤਾਬਾਂ ਦਾ ਬੱਚੇ, ਇਕੱਲੀ ਲక్ష్ਮੀਕਾਂਤ ਨਹੀਂ, ਉਹ ਤੋਂ ਬਿਨਾਂ ਹੋਰ ਕਾਫੀ ਸਾਰੀਆਂ ਇੰਪੋਰਟੈਂਟ ਬੁੱਕਸ ਨੇ ਜਿਹੜੀਆਂ, ਉਹਨਾਂ ਦਾ ਨਿਚੋੜ ਕੱਢ ਕੇ ਤੁਹਾਨੂੰ ਕਰਵਾਇਆ। ਤੁਹਾਡੇ ਸਾਹਮਣੇ ਇੰਨੇ ਘੱਟ ਸਮੇਂ ਦੇ ਵਿੱਚ ਆਸਾਨ ਸ਼ਬਦਾਂ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਹੈ ਵੀ ਤੁਹਾਡਾ ਕੋਈ ਫੈਕਟ ਆ ਜਿਹੜਾ ਉਹ ਸਕਿਪ ਨਾ ਹੋ ਸਕੇ। ਦੇਖੋ ਬੱਚੇ, ਕੁਐਸਚਨ ਆਪਣੇ ਕੋਲ ਬਾਕੀ ਵੀ ਹੈਗੇ ਸੀਗੇ। ਠੀਕ ਆ, ਇਹ ਨਹੀਂ ਹੈਗਾ ਸੀ ਵੀ ਕੁਐਸਚਨ ਆਪਣੇ ਕੋਲ ਹੈ ਨਹੀਂ ਗੇ। ਐਵੇਂ ਸਿੰਪਲ 1 ਲਾਈਨਰ ਵਾਲੇ ਕੁਐਸਚਨ ਨੇ ਜਿਹੜੇ, ਇਹ ਵੀ ਆਪਣੇ ਕੋਲ ਸੀਗੇ। ਔਰ ਇਸ ਤੋਂ ਬਿਨਾਂ ਜਿਹੜੇ ਸਟੇਟਮੈਂਟ ਵਾਲੇ ਕੁਐਸਚਨ ਸੀਗੇ ਬੱਚੇ, ਉਹ ਕੁਐਸਚਨ ਵੀ ਆਪਾਂ ਤੁਹਾਡੇ ਲਈ ਰੱਖੇ ਹੋਏ ਆ। ਠੀਕ ਆ, ਤਾਂ ਕਰਕੇ ਮੈਂ ਤੁਹਾਨੂੰ ਕਿਹਾ ਸੀ ਵੀ ਆਪਣਾ ਇੰਨਾ ਬੱਚੇ ਗੱਲ ਦੀ ਪ੍ਰੋਬਲਮ ਹੋਣ ਕਰਕੇ ਥੋੜ੍ਹਾ ਜਿਹਾ ਜ਼ਿਆਦਾ ਟਾਈਮ, ਲੌਂਗ ਟਾਈਮ ਬੋਲਣਾ ਵੈਸੇ ਤਾਂ ਡਾਕਟਰ ਨੇ ਬੰਦ ਕੀਤਾ ਹੋਇਆ, ਬਟ ਫਿਰ ਵੀ ਆਪਾਂ ਤੁਹਾਡੇ ਐਗਜ਼ਾਮ ਨੂੰ ਦੇਖਦੇ ਹੋਏ ਕਿ ਤੁਹਾਡਾ ਨੁਕਸਾਨ ਨਾ ਹੋ ਸਕੇ, ਆਪਾਂ ਤੁਹਾਡੇ ਲਈ ਲੈਕਚਰ ਰੱਖਿਆ। ਤਾਂ ਬੱਚੇ, ਵੀਡੀਓ ਅਗਰ ਤੁਹਾਨੂੰ ਚੰਗੀ ਲੱਗੀ ਦੈਨ ਤੁਸੀਂ
ਲਾਈਕ ਜ਼ਰੂਰ ਕਰਨੀ। ਔਰ ਜਿਹੜੇ ਬੱਚੇ ਚੈਨਲ 'ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਨਾਲ ਹੀ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲਿਓ, ਤਾਂ ਜੋ ਜਦ ਵੀ ਕੋਈ ਆਪਾਂ ਨਵੀਂ ਵੀਡੀਓ ਅਪਡੇਟ ਕਰੀਏ ਹੈ ਨਾ, ਤੇ ਉਹਦਾ ਨੋਟੀਫਿਕੇਸ਼ਨ ਤੁਰੰਤ ਤੁਹਾਡੇ ਤੱਕ ਪਹੁੰਚ ਸਕੇ। ਬੱਚੇ ਦੇਖੋ, ਜੇ ਇੱਕ ਵਾਰ ਤੋਂ ਸਮਝ ਨਾ ਲੱਗੀ ਤਾਂ ਤੁਸੀਂ ਦੁਬਾਰਾ ਚਲਾ ਕੇ ਦੇਖ ਸਕਦੇ ਹੋ ਜਾਂ ਸਪੀਡ ਵਧਾ ਕੇ ਦੇਖ ਸਕਦੇ ਹੋ ਬਾਅਦ ਦੇ ਵਿੱਚ। ਵੈਸੇ ਤਾਂ ਸਮਝ ਲੱਗ ਗਈ ਜਾਊ, ਮੈਂ ਤੁਹਾਨੂੰ ਆਪਦੇ ਵੱਲੋਂ ਪੂਰੀ ਆਸਾਨ ਸ਼ਬਦਾਂ ਦੇ ਵਿੱਚ ਕੋਸ਼ਿਸ਼ ਕੀਤੀ ਹੈ, ਚਾਹੇ ਕੋਈ ਪਹਿਲੀ ਵਾਰ ਪੜ੍ਹਦਾ ਹੋਵੇ ਉਹਨੂੰ ਵੀ ਪਤਾ ਲੱਗ ਜੇ ਵੀ ਹਾਂ ਫੰਡਾਮੈਂਟਲ ਰਾਈਟ ਦੇ ਵਿੱਚ ਆਹ ਚੀਜ਼ ਐਵੇਂ ਕਰਕੇ ਹੋਈ ਆ, ਕੀ ਰੌਲਾ ਪਿਆ ਸੀ। ਤੇ ਜਿਨ੍ਹਾਂ ਨੂੰ ਟੈਲੀਗ੍ਰਾਮ ਦਾ ਲਿੰਕ ਚਾਹੀਦਾ ਬੱਚੇ, ਉਹ ਵੀ ਡਿਸਕ੍ਰਿਪਸ਼ਨ 'ਚ ਪਿਆ, ਤੇ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ। ਉਹਦੇ 'ਤੇ ਬਹੁਤ MCQ ਨਾਲ ਜਾਂ PDF ਵਗੈਰਾ ਸ਼ੇਅਰ ਕੀਤੇ ਜਾਂਦੇ ਆ, ਉੱਥੇ ਵੀ ਤੁਸੀਂ ਜੁਆਇਨ ਕਰਿਓ। ਤਾਂ ਬਾਕੀ ਕਿਵੇਂ ਦੀ ਵੀ ਵੀਡੀਓ ਲੱਗੀ ਬੱਚੇ, ਚੰਗਾ ਜਾਂ ਫਿਰ ਤੁਸੀਂ ਸਾਡਾ ਕ੍ਰਿਟਿਸਾਈਜ਼ ਕਰਨਾ ਚਾਹੁੰਦੇ ਹੋ, ਤੁਸੀਂ ਕ੍ਰਿਟਿਸਿਜ਼ਮ ਕਰੋ, ਤਾਂ ਉਹ ਵੀ ਤੁਹਾਡਾ ਵੀ ਰਾਈਟ ਆ, ਠੀਕ ਆ, ਕਿਉਂਕਿ ਆਪਾਂ ਨੂੰ ਫਰੀडम ਮਿਲੀ ਆ ਬੱਚੇ, ਤਾਂ ਤੁਸੀਂ ਉਹ ਵੀ ਕਰ ਸਕਦੇ ਹੋ, ਕਿਉਂਕਿ ਸਹੀ ਹੋਣੀ ਚਾਹੀਦੀ ਆ। ਸੋ ਤੁਸੀਂ ਉਹ ਕਰ ਸਕਦੇ ਹੋ, ਬਾਕੀਆਂ ਨੂੰ ਪਤਾ ਲੱਗੇ ਕਿ ਤੁਸੀਂ ਕਲਾਸ ਦੇ ਵਿੱਚ ਕੀ ਸਿੱਖਦੇ ਹੋ, ਕਿਵੇਂ ਦਾ ਤੁਹਾਨੂੰ ਕਰਵਾਇਆ ਜਾਂਦਾ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਬੱਚੇ, ਤਦ ਤੱਕ ਲਈ ਸਭ ਨੂੰ ਬਾਏ ਬਾਏ, ਟੇਕ ਕੇਅਰ।